ਬਾਣੀ ਬਾਣੀ ਗੁਰੂ ਅਮਰਦਾਸ ਜੀ ਮਹਾਰਾਜ। ਰਾਗ ਪ੍ਰਭਾਤੀ ਮਹੱਲਾ ਤੀਜਾ। ਗੁਰ ਪ੍ਰਸਾਦੀ ਵੇਖ ਤੂੰ ਹਰ ਮੰਦਰ ਤੇਰੇ ਨਾਲ। ਇਹ ਤੀਸਰੀ ਪਾਤਸ਼ਾਹੀ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੀ ਬਾਣੀ ਹੈ। ਇਸ ਸ਼ਬਦ ਦੇ ਅੰਦਰ ਆਪ ਗੁਰੂ ਨਾਨਕ ਸਾਹਿਬ ਦੇ ਘਰ ਦੀ ਤਾਲੀਮ ਔਰ ਉਪਦੇਸ਼ ਦੇ ਮੁਤਲਕ ਹਰ ਪਹਿਲੂ ਤੋਂ ਬੜੀ ਅੱਛੀ ਤਰ੍ਹਾਂ ਖੋਲ ਕੇ ਸਮਝਾ ਰਹੇ ਹਨ। ਆਪ ਫਰਮਾਉਂਦੇ ਹਨ ਕਿ ਇਹ ਜੋ ਕੁਛ ਵੀ ਤੁਸੀਂ ਦੁਨੀਆ ਜਾਂ ਰਚਨਾ ਅੱਖਾਂ ਨਾਲ ਦੇਖ ਰਹੇ ਹੋ, ਇਹ ਸਭ ਆਪਣੇ ਆਪ ਹੀ ਪੈਦਾ ਨਹੀਂ ਹੋਈ। ਇਸ ਦੀ ਕੋਈ ਨਾ ਕੋਈ ਰਚਨਾ ਕਰਨ ਵਾਲਾ ਹੈ, ਇਸ ਨੂੰ ਕੋਈ ਨਾ ਕੋਈ ਪੈਦਾ ਕਰਨ ਵਾਲਾ ਹੈ, ਇਸ ਦੀ ਦੇਖਭਾਲ ਕਰਨ ਵਾਲਾ ਹੈ, ਇਸ ਦੀ ਸੰਭਾਲ ਕਰਨ ਵਾਲਾ ਹੈ, ਇਸ ਨੂੰ ਚਲਾਉਣ ਵਾਲਾ ਹੈ। ਉਹ ਕੌਣ ਹੈ? ਇੱਕ ਪਰਮਾਤਮਾ ਹੈ, ਪਰਮੇਸ਼ਰ ਹੈ, ਅਕਾਲ ਪੁਰਖ ਹੈ, ਵਾਹਿਗੁਰੂ ਹੈ, ਜਿਸ ਦੇ ਹਜ਼ਾਰਾਂ ਅਨੇਕਾਂ ਨਾਮ ਹਰ ਇੱਕ ਨੇ ਆਪੋ ਆਪਣੇ ਪਿਆਰ ਵਿੱਚ ਆ ਕੇ ਰੱਖੇ ਹੋਏ ਹਨ। ਸਾਡੀ ਆਤਮਾ ਉਸ ਪਰਮਾਤਮਾ ਦੀ ਅੰਸ਼ ਹੈ। ਅਸੀਂ ਉਸ ਸਤਨਾਮ ਸਮੁੰਦਰ ਦੇ ਕਤਰੇ ਹਾਂ। ਕਬੀਰ ਸਾਹਿਬ ਕਹਿੰਦੇ ਹਨ, ਕਹੋ ਕਬੀਰ ਇਹ ਰਾਮ ਕੀ ਅੰਸ਼। ਇਹ ਜਿਹੜੀ ਆਤਮਾ ਹੈ ਉਸ ਰਾਮ, ਉਸ ਪਰਮਾਤਮਾ ਦੀ ਅੰਸ਼ ਹੈ। ਇਹੋ ਗੁਰੂ ਨਾਨਕ ਸਾਹਿਬ ਕਹਿੰਦੇ ਹਨ, ਆਤਮ ਮੈਂ ਰਾਮ, ਰਾਮ ਮੈਂ ਆਤਮ, ਚੀਨਸ ਗੁਰ ਵਿਚਾਰਾ। ਆਤਮਾ ਦੇ ਅੰਦਰ ਉਹ ਪਰਮਾਤਮਾ ਹੈ, ਪਰਮਾਤਮਾ ਦੇ ਅੰਦਰ ਸਾਡੀ ਆਤਮਾ ਹੈ। ਲੇਕਿਨ ਸਾਨੂੰ ਇਸ ਚੀਜ਼ ਦੀ ਸੋਝੀ ਔਰ ਸਮਝ ਕਿਸ ਵਕਤ ਆਉਂਦੀ ਹੈ? ਜਿਸ ਵਕਤ ਅਸੀਂ ਗੁਰਮੁਖਾਂ ਦੇ ਉਪਦੇਸ਼ ਉੱਤੇ ਚੱਲ ਕੇ ਉਸ ਪਰਮਾਤਮਾ ਨੂੰ ਆਪਣੇ ਅੰਦਰੋਂ ਪਹਿਚਾਨਣ ਦੇ ਕਾਬਿਲ ਬਣ ਜਾਂਦੇ ਹਾਂ। ਗੁਰੂ ਅਮਰਦਾਸ ਜੀ ਪਿਆਰ ਨਾਲ ਕਹਿੰਦੇ ਹਨ, ਫਿਰ ਸੱਚੇ ਤੇ ਸਦਾ ਸੁਹਾਗਣ। ਸਾਡੀ ਆਤਮਾ ਇਸਤਰੀ ਹੈ, ਉਹ ਪਰਮਾਤਮਾ ਇਸ ਦਾ ਪਤੀ ਹੈ। ਜਿਤਨਾ ਅਰਸਾ ਇਹ ਰੂਹ ਰੂਪੀ ਇਸਤਰੀ ਪਤੀ ਰੂਪੀ ਪਰਮਾਤਮਾ ਦੇ ਚਰਨਾਂ ਤੱਕ ਨਹੀਂ ਪਹੁੰਚੇਗੀ, ਇਹ ਕਦੇ ਸੁਹਾਗਣ ਨਹੀਂ ਹੋ ਸਕਦੀ। ਇਸ ਦਾ ਮਰਨ ਜੰਮਣ ਦੇ ਦੁੱਖਾਂ ਤੋਂ ਕਦੇ ਛੁਟਕਾਰਾ ਨਹੀਂ ਹੋ ਸਕਦਾ। ਇਸੇ ਕਾਰਨ ਹਰ ਇੱਕ ਮਹਾਤਮਾ ਸਾਡੇ ਅੰਦਰ ਉਸ ਇੱਕ ਮਾਲਕ ਦੇ ਮਿਲਣ ਦਾ ਸ਼ੌਂਕ ਪੈਦਾ ਕਰਦੇ ਹਨ, ਪਿਆਰ ਪੈਦਾ ਕਰਦੇ ਹਨ। ਜਿਸ ਪਰਮਾਤਮਾ ਨੂੰ ਅਸੀਂ ਮਿਲਣਾ ਚਾਹੁੰਦੇ ਹਾਂ, ਮਹਾਤਮਾ ਸਮਝਾਉਂਦੇ ਹਨ, ਉਹ ਪਰਮਾਤਮਾ ਇੱਕ ਹੈ। ਇਹ ਨਹੀਂ ਕਿ ਹਿੰਦੂਆਂ ਦਾ ਕੋਈ ਹੋਰ ਹੈ, ਸਿੱਖਾਂ ਦਾ, ਈਸਾਈਆਂ ਦਾ ਕੋਈ ਹੋਰ ਹੈ। ਹਿੰਦੁਸਤਾਨ ਦੇ ਰਹਿਣ ਵਾਲਿਆਂ ਦਾ ਵੀ ਉਹ ਹੈ, ਅਮਰੀਕਾ ਔਰ ਅਫਰੀਕਾ ਦੇ ਰਹਿਣ ਵਾਲਿਆਂ ਦਾ ਵੀ ਉਹ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਹਨ, ਸਭਨਾ ਜੀਆਂ ਕਾ ਇੱਕੋ ਦਾਤਾ। ਜੋ ਕੁਛ ਵੀ ਤੁਸੀਂ ਦੁਨੀਆ ਅੰਦਰ ਅੱਖਾਂ ਨਾਲ ਦੇਖਦੇ ਹੋ, ਇਹਨਾਂ ਸਭ ਦਾ ਇੱਕ ਹੀ ਦਾਤਾ ਹੈ, ਇੱਕੋ ਪਰਮਾਤਮਾ ਹੈ, ਜਿਸ ਨੇ ਸਭ ਨੂੰ ਜਨਮ ਦਿੱਤਾ ਹੈ, ਜੋ ਸਭ ਦਾ ਬਾਦਸ਼ਾਹ ਹੈ। ਇਸੇ ਤਰ੍ਹਾਂ ਰਿਖੀ ਮੁਨੀ ਉਸ ਪਰਮਾਤਮਾ ਨੂੰ ਇੱਕ ਏਕਾ ਕਹਿੰਦੇ ਚਲੇ ਆ ਰਹੇ ਹਨ। ਮੁਸਲਮਾਨ ਫਕੀਰਾਂ ਨੇ ਵੀ ਪਰਮਾਤਮਾ ਨੂੰ ਰੱਬੁਲ ਆਲਮੀਨ ਕਹਿ ਕੇ ਯਾਦ ਕੀਤਾ ਹੈ। ਰੱਬੁਲ ਮੁਸਲਮੀਨ ਕਹਿ ਕੇ ਯਾਦ ਨਹੀਂ ਕੀਤਾ। ਉਹ ਰੱਬ ਜਿਹੜਾ ਕਿ ਸਾਰੇ ਆਲਮ ਦਾ ਹੈ, ਉਹ ਰੱਬ ਨਹੀਂ ਜਿਹੜਾ ਕਿ ਸਿਰਫ ਮੁਸਲਮਾਨਾਂ ਦਾ ਹੈ। ਔਰ ਹਮੇਸ਼ਾ ਤੋਂ ਉਹ ਪਰਮਾਤਮਾ ਚੱਲਿਆ ਆਉਂਦਾ ਹੈ। ਸਤਜੁਗ ਵਿੱਚ ਵੀ ਉਹ ਸੀ, ਤ੍ਰੇਤਾ ਔਰ ਦੁਆਪਰ ਵਿੱਚ ਵੀ ਉਹ ਸੀ, ਹੁਣ ਵੀ ਉਹ ਹੈ, ਅੱਗੇ ਵੀ ਉਸੇ ਪਰਮਾਤਮਾ ਨੇ ਰਹਿਣਾ ਹੈ। ਜਪਜੀ ਸਾਹਿਬ ਦੀ ਪਹਿਲੀ ਪੌੜੀ ਵਿੱਚ ਗੁਰੂ ਨਾਨਕ ਸਾਹਿਬ ਲਿਖਦੇ ਨੇ, ਆਦ ਸੱਚ ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਸੱਚ ਦਾ ਮਤਲਬ ਹੈ ਜਿਹੜਾ ਕਦੇ ਨਾਸ਼ ਨਾ ਹੋਵੇ, ਜਿਹੜਾ ਕਦੇ ਫਨਾ ਨਾ ਹੋਵੇ। ਗੁਰੂ ਸਾਹਿਬ ਕਹਿੰਦੇ ਹਨ ਕਿ ਸਾਡੇ ਤਜਰਬੇ ਅੰਦਰ ਕੇਵਲ ਇੱਕੋ ਐਸੀ ਚੀਜ਼ ਆਈ ਹੈ ਜਿਹੜੀ ਆਦ ਜੁਗਾਦ ਤੋਂ ਸੱਚ ਹੀ ਚੱਲੀ ਆ ਰਹੀ ਹੈ, ਜਿਹੜੀ ਸਤਜੁਗ ਵਿੱਚ ਵੀ ਸੀ, ਤ੍ਰੇਤਾ ਵਿੱਚ ਵੀ ਸੀ, ਦੁਆਪਰ ਵਿੱਚ ਵੀ ਸੀ, ਹੁਣ ਵੀ ਹੈ, ਅੱਗੇ ਵੀ ਉਸੇ ਨੇ ਰਹਿਣਾ ਹੈ। ਉਹ ਕੌਣ ਹੈ? ਇੱਕ ਪਰਮਾਤਮਾ ਹੈ, ਪਰਮੇਸ਼ਰ ਹੈ। ਗੁਰੂ ਅਮਰਦਾਸ ਜੀ ਕਹਿੰਦੇ ਹਨ, ਹਰ ਬਿਨ ਸਭ ਕੁਛ ਮੈਲਾ ਸੰਤੋ। ਉਸ ਮਾਲਕ ਦੇ ਬਗੈਰ ਸਭ ਮੈਲ ਹੈ, ਸਭ ਨੇ ਨਾਸ਼ ਹੋ ਜਾਣਾ ਹੈ, ਸਭ ਨੇ ਫਨਾ ਹੋ ਜਾਣਾ ਹੈ। ਇਸ ਵਾਸਤੇ ਮਹਾਤਮਾ ਕਹਿੰਦੇ ਹਨ ਕਿ ਪਰਮਾਤਮਾ ਇੱਕ ਹੈ, ਹਮੇਸ਼ਾ ਤੋਂ ਉਹ ਪਰਮਾਤਮਾ ਚੱਲਿਆ ਆਉਂਦਾ ਹੈ। ਔਰ ਉਸ ਪਰਮਾਤਮਾ ਦੀ ਕੋਈ ਕੌਮ ਨਹੀਂ, ਕੋਈ ਮਜ਼ਹਬ ਨਹੀਂ, ਕੋਈ ਜਾਤ ਨਹੀਂ ਹੈ, ਕੋਈ ਮੁਲਕ ਨਹੀਂ ਹੈ।
ਅਸੀਂ ਆਪਣੇ ਮੰਦਰਾਂ, ਮਸਜਿਦਾਂ, ਗੁਰਦੁਆਰਿਆਂ ਨੂੰ ਕਿਤਨਾ ਸਾਫ਼ ਰੱਖਦੇ ਹਾਂ, ਕਿਤਨਾ ਸੁਥਰਾ ਰੱਖਦੇ ਹਾਂ। ਉੱਥੇ ਧੂਫ ਦਿਖਾਉਂਦੇ ਹਾਂ, ਸੰਗੇ ਮਰਮਰ ਦੇ ਪੱਥਰ ਲਗਾਉਂਦੇ ਹਾਂ, ਬੜੇ ਕੀਮਤੀ ਕਾਲੀਨ ਵਿਛਾਉਂਦੇ ਹਾਂ। ਉੱਥੇ ਜਾ ਕੇ ਕੋਈ ਭੈੜਾ ਖੋਟਾ ਪਾਪ ਨਹੀਂ ਕਰਦੇ, ਬੁਰਾ ਕਰਮ ਨਹੀਂ ਕਰਦੇ, ਉੱਚਾ ਨਹੀਂ ਬੋਲਦੇ। ਅਸੀਂ ਕਹਿੰਦੇ ਹਾਂ ਇਹ ਮਾਲਕ ਦੇ ਰਹਿਣ ਦੀ ਜਗ੍ਹਾ ਹੈ, ਸਾਨੂੰ ਇਹਦੀ ਪਵਿੱਤਰਤਾ ਕਾਇਮ ਰੱਖਣੀ ਚਾਹੀਦੀ ਹੈ। ਲੇਕਿਨ ਜਿਹੜੀ ਪ੍ਰਮਾਤਮਾ ਨੇ ਖੁਦ ਆਪਣੇ ਰਹਿਣ ਵਾਸਤੇ ਜਗ੍ਹਾ ਬਣਾਈ ਹੈ, ਜਿਸ ਸਰੀਰ ਦੇ ਅੰਦਰ ਪ੍ਰਮਾਤਮਾ ਖੁਦ ਬੈਠਾ ਹੋਇਆ ਹੈ, ਉਸ ਦੇ ਅੰਦਰ ਕਦੇ ਮਾਸ ਪਾ ਦਿੰਦੇ ਹਾਂ, ਕਦੇ ਸ਼ਰਾਬ ਪਾ ਦਿੰਦੇ ਹਾਂ, ਕਦੇ ਉਸ ਵਿੱਚ ਬੈਠ ਕੇ ਭੈੜੇ ਖੋਟੇ ਪਾਪ ਔਰ ਕਰਮ ਕਰਨੇ ਸ਼ੁਰੂ ਕਰ ਦਿੰਦੇ ਹਾਂ, ਕਦੇ ਇੱਕ ਦੂਜੇ ਦੇ ਗਲੇ ਕੱਟਣ ਦੀਆਂ ਸਕੀਮਾਂ ਸੋਚਣੀਆਂ ਸ਼ੁਰੂ ਕਰ ਦਿੰਦੇ ਹਾਂ। ਆਪਣੀ ਬਣਾਈ ਹੋਈ ਚੀਜ਼ ਦੀ ਤਾਂ ਕਦਰ ਕਰ ਰਹੇ ਹਾਂ, ਲੇਕਿਨ ਪ੍ਰਮਾਤਮਾ ਦੀ ਬਣਾਈ ਹੋਈ ਚੀਜ਼ ਦੀ ਕਦਰ ਨਹੀਂ ਕਰਦੇ। ਕਈ ਦਫਾ ਤਾਂ ਹਿਸਟਰੀ ਪੜ੍ਹ ਕੇ ਬੜੀ ਸ਼ਰਮ ਆਉਂਦੀ ਹੈ ਕਿ ਅਗਰ ਸਾਡੇ ਬਣਾਏ ਹੋਏ ਮੰਦਰ, ਮਸਜਿਦਾਂ, ਗੁਰਦੁਆਰਿਆਂ ਦੀ ਕਿਸੇ ਦੀਵਾਰ ਦੀ ਗਲਤੀ ਦੇ ਨਾਲ ਵੀ ਇੱਟ ਗਿਰ ਜਾਂਦੀ ਹੈ, ਅਸੀਂ ਉਸ ਪ੍ਰਮਾਤਮਾ ਦੇ ਸਾਜੇ ਹੋਏ ਹਰਿਮੰਦਰਾਂ ਨੂੰ ਹਜ਼ਾਰਾਂ ਦੀ ਤਾਦਾਦ ਵਿੱਚ ਗਿਰਾਉਣ ਵਾਸਤੇ ਜਾਂਦੇ ਹਾਂ। ਇਨਸਾਨ ਨਾਲ ਨਫ਼ਰਤ ਕਰਦਾ ਹੈ, ਇੱਟਾਂ ਪੱਥਰਾਂ ਨਾਲ ਪਿਆਰ ਕਰਦਾ ਹੈ। ਫਿਰ ਅਸੀਂ ਆਪਣੇ ਆਪ ਨੂੰ ਸ਼ਹੀਦ ਕਹਿਲਾਉਂਦੇ ਹਾਂ, ਮਜ਼ਹਬ ਦੇ ਰਖਵਾਲੇ ਕਹਿਲਾਉਂਦੇ ਹਾਂ। ਅਗਰ ਇੱਕ ਦੂਜੇ ਦੇ ਗਲੇ ਕੱਟਣ ਦੇ ਨਾਲ ਹੀ ਪ੍ਰਮਾਤਮਾ ਮਿਲ ਸਕਦਾ ਹੋਵੇ ਤਾਂ ਤੁਸੀਂ ਸੋਚੋ ਇਸ ਤੋਂ ਸਸਤਾ ਸੌਦਾ ਹੋਰ ਕਿਹੜਾ ਹੋ ਸਕਦਾ ਹੈ। ਲੇਕਿਨ ਸਾਡਾ ਇਹ ਖਿਆਲ ਗਲਤ ਹੈ। ਜਿਨ੍ਹਾਂ ਦਾ ਪ੍ਰਮਾਤਮਾ ਦੇ ਨਾਲ ਪਿਆਰ ਹੁੰਦਾ ਹੈ, ਉਹ ਪ੍ਰਮਾਤਮਾ ਦੀ ਖਲਕਤ, ਪ੍ਰਮਾਤਮਾ ਦੀ ਮਖਲੂਕ ਨਾਲ ਵੀ ਪਿਆਰ ਕਰਦੇ ਹਨ। ਜਦੋਂ ਇੱਕੋ ਹੀ ਪ੍ਰਮਾਤਮਾ ਹੈ, ਉਸੇ ਪ੍ਰਮਾਤਮਾ ਨੇ ਸਾਨੂੰ ਸਾਰਿਆਂ ਨੂੰ ਪੈਦਾ ਕੀਤਾ ਹੈ, ਉਹੀ ਹਰ ਇੱਕ ਦੇ ਅੰਦਰ ਬੈਠਾ ਹੋਇਆ ਹੈ ਔਰ ਹਰ ਇੱਕ ਨੇ ਅੰਦਰੋਂ ਉਸ ਪ੍ਰਮਾਤਮਾ ਦੀ ਭਗਤੀ ਕਰਨੀ ਹੈ। ਮੈਂ ਕਹਿੰਦਾ ਹਾਂ, ਅਗਰ ਫਿਰ ਵੀ ਕੋਈ ਕਿਸੇ ਨਾਲ ਨਫ਼ਰਤ ਕਰਦਾ ਹੈ, ਉਹ ਪ੍ਰਮਾਤਮਾ ਨਾਲ ਨਫ਼ਰਤ ਕਰਦਾ ਹੈ। ਅਗਰ ਕੋਈ ਕੌਮ ਕਿਸੇ ਕੌਮ ਨੂੰ ਹਰਾਕਤ ਦੀ ਨਜ਼ਰ ਨਾਲ ਦੇਖਦੀ ਹੈ, ਕੋਈ ਮਜ਼ਹਬ ਕਿਸੇ ਮਜ਼ਹਬ ਦੇ ਗਲੇ ਕੱਟਣ ਦੀਆਂ ਸਕੀਮਾਂ ਸੋਚਣ ਲੱਗਾ ਹੋਇਆ ਹੈ, ਉਹ ਕੌਮ ਔਰ ਮਜ਼ਹਬ ਦੇ ਅੰਦਰ ਤਾਂ ਹਾਲੇ ਮਾਲਕ ਦੇ ਮਿਲਣ ਦਾ ਸ਼ੌਕ ਹੀ ਪੈਦਾ ਨਹੀਂ ਹੋਇਆ, ਪਿਆਰ ਹੀ ਪੈਦਾ ਨਹੀਂ ਹੋਇਆ। ਗੁਰੂ ਅਮਰਦਾਸ ਜੀ ਕਹਿੰਦੇ ਹਨ, ਜੀ ਜੰਤ ਸਭ ਤਿਸਕੇ ਸਭਨਾ ਕਾ ਸੋਈ, ਮੰਦਾ ਕਿਸ ਨੂੰ ਆਖੀਏ ਜੇ ਦੂਜਾ ਹੋਈ। ਐ ਪਰਮੇਸ਼ਰ, ਸਾਰੇ ਦੁਨੀਆ ਦੇ ਜੀਵ ਤਾਂ ਤੂੰ ਖੁਦ ਪੈਦਾ ਕੀਤੇ ਹੋਏ ਹਨ ਔਰ ਹਰ ਇੱਕ ਦੇ ਅੰਦਰ ਤੂੰ ਖੁਦ ਬੈਠਾ ਹੋਇਆ ਹੈ। ਮੰਦਾ ਔਰ ਬੁਰਾ ਤਾਂ ਮੈਂ ਉਹਨਾਂ ਨੂੰ ਕਹਾਂ ਜੇ ਇਹਨਾਂ ਨੂੰ ਕਿਸੇ ਹੋਰ ਨੇ ਪੈਦਾ ਕੀਤਾ ਹੋਵੇ, ਇਹਨਾਂ ਅੰਦਰ ਕੋਈ ਹੋਰ ਪਰਮਾਤਮਾ ਰਹਿੰਦਾ ਹੋਵੇ। ਸੋ ਜਿਨ੍ਹਾਂ ਮਹਾਤਮਾ ਲਈ ਅਸੀਂ ਕੌਮਾਂ, ਮਜ਼ਹਬਾਂ, ਮੁਲਕਾਂ ਦੇ ਝਗੜੇ ਖੜੇ ਕਰਦੇ ਹਾਂ, ਤੁਸੀਂ ਦੇਖੋ ਉਹਨਾਂ ਦੀ ਅਸਲੀ ਤਾਲੀਮ ਸਾਡੇ ਖਿਆਲ ਨੂੰ ਕਿਤਨਾ ਉੱਚਾ ਲੈ ਜਾਣ ਦੀ ਕੋਸ਼ਿਸ਼ ਕਰਦੀ ਹੈ। ਕਬੀਰ ਸਾਹਿਬ ਕਹਿੰਦੇ ਹਨ, ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਉਹ ਪਰਮਾਤਮਾ ਜਿਸ ਨੇ ਸਭ ਦੁਨੀਆ ਦੀ ਰਚਨਾ ਪੈਦਾ ਕੀਤੀ ਹੈ, ਉਸ ਦਾ ਨੂਰ ਔਰ ਪ੍ਰਕਾਸ਼ ਹਰ ਇੱਕ ਦੇ ਅੰਦਰ ਹੈ। ਨਾ ਕੋਈ ਚੰਗਾ ਹੈ, ਨਾ ਕੋਈ ਬੁਰਾ ਹੈ। ਸਭ ਇੱਥੇ ਆਣ ਕੇ ਅੱਗੇ ਗੁਰੂ ਨਾਨਕ ਸਾਹਿਬ ਸਮਝਾਉਣਗੇ, ਆਪੋ ਆਪਣੇ ਕਰਮਾਂ ਦਾ ਹਿਸਾਬ ਦੇ ਰਹੇ ਹਨ। ਇਸ ਵਾਸਤੇ ਗੁਰੂ ਸਾਹਿਬ ਇੱਥੇ ਪਿਆਰ ਨਾਲ ਸਮਝਾਉਂਦੇ ਹਨ ਕਿ ਤੁਸੀਂ ਇੱਟਾਂ ਪੱਥਰਾਂ ਵਿੱਚ ਆਪਣੇ ਵਕਤ ਨੂੰ ਖਰਾਬ ਕਰਦੇ ਫਿਰਦੇ ਹੋ। ਆਪ ਕਹਿੰਦੇ ਹਨ, ਗੁਰ ਪ੍ਰਸਾਦੀ ਵੇਖ ਤੂੰ ਹਰ ਮੰਦਰ ਤੇਰੇ ਨਾਲ, ਕਿ ਉਸ ਮਾਲਕ ਦੇ ਮਿਲਣ ਦਾ ਜਿਹੜਾ ਹਰਮੰਦਰ ਹੈ ਉਹ 24 ਘੰਟੇ ਤੇਰੇ ਨਾਲ ਹੈ। ਉਹ ਤੁਹਾਡਾ ਸਰੀਰ ਹੈ, ਤੁਹਾਡੀ ਦੇਹ ਔਰ ਤੁਹਾਡਾ ਵਜੂਦ ਹੈ। ਲੇਕਿਨ ਗੁਰੂ ਨਾਨਕ ਸਾਹਿਬ ਕਹਿੰਦੇ ਹਨ, ਇਸ ਚੀਜ਼ ਦੀ ਸੋਝੀ ਤੁਹਾਨੂੰ ਗੁਰਮੁਖਾਂ ਕੋਲ ਜਾ ਕੇ ਆ ਸਕੇਗੀ, ਸਾਧੂ ਸੰਤਾਂ ਮਹਾਤਮਾ ਦੀ ਸੰਗਤ ਔਰ ਸੁਹਬਤ ਵਿੱਚ ਜਾ ਕੇ ਆ ਸਕੇਗੀ। ਮਹਾਤਮਾ ਕਹਿੰਦੇ ਹਨ ਕਿ ਹੱਠ ਕਰਮਾਂ ਦੇ ਜ਼ਰੀਏ, ਡਿਸਪਲਿਨ ਦੇ ਜ਼ਰੀਏ ਅਸੀਂ ਕਦੇ ਵੀ ਮਨ ਨੂੰ ਕਾਬੂ ਨਹੀਂ ਕਰ ਸਕਦੇ। ਅਗਰ ਮਨ ਨੂੰ ਕਾਬੂ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਇਸ ਦੀ ਨੇਚਰ ਔਰ ਤਬੀਅਤ ਦੀ ਮੁਤਲਕ ਅੱਛੀ ਤਰ੍ਹਾਂ ਸੋਚ ਔਰ ਵਿਚਾਰ ਕਰਨੀ ਪੈਂਦੀ ਹੈ। ਅਸੀਂ ਕੀ ਦੇਖਦੇ ਹਾਂ ਕਿ ਸਾਡਾ ਮਨ ਲੱਜਤ ਦਾ ਆਸ਼ਿਕ ਹੈ। ਇੱਕ ਚੀਜ਼ ਨਾਲ ਪਿਆਰ ਕਰਦੇ ਹਾਂ, ਅਗਰ ਸਾਨੂੰ ਉਸ ਤੋਂ ਕੋਈ ਸਾਫ਼ ਸੁਥਰੀ ਚੀਜ਼ ਨਜ਼ਰ ਆ ਜਾਵੇ, ਅਸੀਂ ਪਹਿਲੀ ਨੂੰ ਛੱਡ ਕੇ ਦੂਸਰੀ ਚੀਜ਼ ਮਗਰ ਦੌੜਨਾ ਸ਼ੁਰੂ ਕਰ ਦਿੰਦੇ ਹਾਂ।
ਕੋਈ ਵੀ ਦੁਨੀਆ ਦਾ ਮੋਹ, ਕੋਈ ਵੀ ਦੁਨੀਆ ਦਾ ਪਿਆਰ ਹਮੇਸ਼ਾ ਵਾਸਤੇ ਕਦੇ ਵੀ ਸਾਡੇ ਮਨ ਨੂੰ ਲੈ ਕੇ ਖੜਾ ਨਹੀਂ ਹੋ ਸਕਦਾ। ਉਹ ਸ਼ਕਲਾਂ, ਉਹ ਪਦਾਰਥ ਜਿਨ੍ਹਾਂ ਨੂੰ ਕਿਸੇ ਵਕਤ ਅਸੀਂ ਆਪਣਾ ਬਣਾਉਣ ਦੀ ਖਾਤਰ ਜ਼ਿੰਦਗੀ ਤੱਕ ਦੇਣ ਦੀਆਂ ਸਕੀਮਾਂ ਸੋਚਦੇ ਸੀ, ਹਰ ਇੱਕ ਦੀ ਜ਼ਿੰਦਗੀ ਵਿੱਚ ਐਸੇ ਸਮੇਂ ਔਰ ਵਕਤ ਆਉਂਦੇ ਹਨ ਜਦੋਂ ਮਨ ਉਹਨਾਂ ਸ਼ਕਲਾਂ ਨਾਲ ਨਫ਼ਰਤ ਕਰਨੀ ਸ਼ੁਰੂ ਕਰ ਦਿੰਦਾ ਹੈ। ਉਹਨਾਂ ਸ਼ਕਲਾਂ ਨੂੰ ਦੇਖਣਾ ਤੱਕ ਗਵਾਰਾ ਨਹੀਂ ਕਰਦਾ। ਤੁਸੀਂ ਸਾਰੀ ਜ਼ਿੰਦਗੀ ਨੂੰ ਆਪਣੀਆਂ ਅੱਖਾਂ ਅੱਗੇ ਰੱਖ ਕੇ ਸੋਚ ਲਵੋ, ਬਚਪਨ ਦੇ ਅੰਦਰ ਆਪਣਾ ਮਾਤਾ ਪਿਤਾ ਨਾਲ ਕਿਤਨਾ ਪਿਆਰ ਹੁੰਦਾ ਸੀ। ਮਾਤਾ ਪਿਤਾ 2 ਮਿੰਟ ਸਾਨੂੰ ਛੱਡ ਕੇ ਕਿਧਰੇ ਜਾਂਦੇ ਸੀ, ਅਸੀਂ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੰਦੇ ਸੀ। ਲੇਕਿਨ ਜਦੋਂ 2-4 ਭੈਣ ਭਾਈ ਹੋ ਜਾਂਦੇ ਹਨ, ਉਹਨਾਂ ਦੇ ਪਿਆਰ ਵਿੱਚ ਲੱਗ ਜਾਂਦੇ ਹਾਂ। ਜਦੋਂ ਆਪਾਂ ਸਕੂਲਾਂ ਕਾਲਜਾਂ ਵਿੱਚ ਜਾਂਦੇ ਹਾਂ, ਉਹ ਪਿਆਰ ਆਪਣਾ ਯਾਰਾਂ ਦੋਸਤਾਂ ਨਾਲ ਹੋ ਜਾਂਦਾ ਹੈ। ਜਦੋਂ ਸ਼ਾਦੀ ਹੁੰਦੀ ਹੈ, ਉਹ ਪਿਆਰ ਬੀਵੀ ਬਾਲ ਬੱਚਿਆਂ ਨਾਲ ਹੋ ਜਾਂਦਾ ਹੈ। ਜਦੋਂ ਬਜ਼ੁਰਗ ਹੁੰਦੇ ਹਾਂ, ਕੌਮਾਂ ਮਜ਼ਹਬਾਂ ਮੁਲਕਾਂ ਤੀਕਰ ਜਾ ਫੈਲਦਾ ਹੈ। ਇੱਕ ਪਿਆਰ ਹੈ, ਕਿਤਨੀਆਂ ਸ਼ਕਲਾਂ ਬਦਲਦਾ ਹੈ, ਕਿਤਨੇ ਰੂਪ ਬਦਲਦਾ ਹੈ, ਲੇਕਿਨ ਕੋਈ ਵੀ ਪਿਆਰ ਸਾਡੇ ਮਨ ਨੂੰ ਹਮੇਸ਼ਾ ਵਾਸਤੇ ਕਦੇ ਵੀ ਲੈ ਕੇ ਖੜਾ ਨਹੀਂ ਹੋ ਸਕਦਾ। ਇਸ ਵਾਸਤੇ ਮਹਾਤਮਾ ਕਹਿੰਦੇ ਹਨ ਕਿ ਸਾਡਾ ਮਨ ਲੱਜਤ ਦਾ ਆਸ਼ਿਕ ਹੈ। ਜਿਤਨਾ ਚਿਰ ਇਸ ਨੂੰ ਦੁਨੀਆ ਦੇ ਮੋਹ ਔਰ ਪਿਆਰ ਤੋਂ ਉੱਚਾ ਸੁੱਚਾ ਪਿਆਰ ਨਹੀਂ ਮਿਲੇਗਾ, ਇਹ ਕਦੇ ਵੀ ਦੁਨੀਆ ਦਾ ਮੋਹ ਔਰ ਪਿਆਰ ਛੱਡਣ ਨੂੰ ਤਿਆਰ ਨਹੀਂ ਹੁੰਦਾ। ਅਗਰ ਕੋਈ ਕੰਗਾਲ ਕੌਡੀਆਂ ਮਗਰ ਫਿਰਦਾ ਹੈ, ਤੁਸੀਂ ਉਸ ਦੀ ਇੱਕ ਕੌਡੀ ਲੈਣ ਦੀ ਕੋਸ਼ਿਸ਼ ਕਰੋ, ਉਹ ਤੁਹਾਡੇ ਨਾਲ ਮਰਨ ਮਾਰਨ ਤੱਕ ਜਾਵੇਗਾ। 10 ਰੁਪਏ ਦਾ ਨੋਟ ਉਹਦੇ ਹੱਥ ਵਿੱਚ ਦੇ ਦਿਓ, ਕੌਡੀਆਂ ਵਾਲੀ ਮੁੱਠੀ ਉਹਦੀ ਆਪਣੇ ਆਪ ਢਿੱਲੀ ਹੋ ਜਾਂਦੀ ਹੈ। ਜਿਸ ਨੂੰ ਹੀਰੇ ਜਵਾਹਰਾਤ ਮਿਲ ਜਾਣ, ਉਹ ਕੌਡੀਆਂ ਮਗਰ ਦਰ-ਬਦਰ ਠੋਕਰਾਂ ਨਹੀਂ ਖਾਂਦੇ। ਉਹ ਕਿਸ ਚੀਜ਼ ਦੀ ਲੱਜਤ ਹੈ, ਕਿਸ ਚੀਜ਼ ਦਾ ਪਿਆਰ ਹੈ, ਜਿਸ ਨੂੰ ਪਾ ਕੇ ਹੀ ਸਾਡੇ ਮਨ ਨੇ ਦੁਨੀਆ ਦਾ ਮੋਹ ਔਰ ਪਿਆਰ ਛੱਡਣਾ ਹੈ। ਗੁਰੂ ਰਾਮਦਾਸ ਜੀ ਕਹਿੰਦੇ ਹਨ, ਨਾਮ ਮਿਲੇ ਮਨ ਤ੍ਰਿਪਤੀ ਹੈ, ਬਿਨ ਨਾਮੈ ਤ੍ਰਿਗ ਜੀਵਾਸ। ਇਹ ਜਿਹੜਾ ਮਨ ਸਾਡਾ ਵਿਸ਼ਿਆਂ ਵਿਕਾਰਾਂ ਵਿੱਚ ਫਸ ਕੇ ਹਿਰਨ ਦੀ ਤਰ੍ਹਾਂ ਭਟਕਦਾ ਔਰ ਤੜਪਦਾ ਫਿਰਦਾ ਹੈ, ਜਿਸ ਵਕਤ ਇਸ ਨੂੰ ਅੰਮ੍ਰਿਤ ਭਰਿਆ ਹੋਇਆ ਨਾਮ ਮਿਲ ਜਾਵੇਗਾ, ਇਸ ਦੇ ਵਿੱਚ ਤ੍ਰਿਪਤ ਔਰ ਸ਼ਾਂਤੀ ਆ ਜਾਵੇਗੀ। ਅਗਰ ਦੇਹ ਵਿੱਚ ਬੈਠ ਕੇ ਕਿਸੇ ਨੇ ਨਾਮ ਰੂਪੀ ਅੰਮ੍ਰਿਤ ਨੂੰ ਹੀ ਆਪਣੇ ਸਰੀਰ ਵਿੱਚੋਂ ਹਾਸਲ ਨਹੀਂ ਕੀਤਾ, ਗੁਰੂ ਸਾਹਿਬ ਕਹਿੰਦੇ ਨੇ ਉਹਨਾਂ ਦਾ ਦੇਹ ਵਿੱਚ ਆਉਣਾ ਤ੍ਰਿਗ ਹੈ, ਭਾਵ ਉਹ ਦੇਹ ਵਿੱਚ ਆਉਣ ਦਾ ਪਰਪਸ ਹੀ ਪੂਰਾ ਨਹੀਂ ਹੋ ਸਕੇਗਾ, ਮਕਸਦ ਹੀ ਪੂਰਾ ਨਹੀਂ ਹੋ ਸਕੇਗਾ। ਉਸ ਸ਼ਬਦ ਔਰ ਨਾਮ ਦੀ ਲੱਜਤ ਇਤਨੀ ਉੱਚੀ ਔਰ ਸੁੱਚੀ ਹੈ ਕਿ ਜਿਸ ਵਕਤ ਮਨ ਉਸ ਲੱਜਤ ਵਿੱਚ ਲੱਗ ਜਾਂਦਾ ਹੈ, ਉਹਦੇ ਅੰਦਰੋਂ ਦੁਨੀਆ ਦਾ ਮੋਹ, ਦੁਨੀਆ ਦਾ ਪਿਆਰ ਆਪਣੇ ਆਪ ਨਿਕਲ ਜਾਂਦਾ ਹੈ। ਤੁਸੀਂ ਦੇਖੋ, ਲੜਕੀਆਂ ਗੁੱਡੀਆਂ ਪਟੋਲਿਆਂ ਨਾਲ ਉਤਨਾ ਅਰਸਾ ਖੇਡਦੀਆਂ ਹਨ ਜਿਤਨਾ ਚਿਰ ਉਹਨਾਂ ਦੀ ਸ਼ਾਦੀ ਨਹੀਂ ਹੋ ਜਾਂਦੀ। ਡਿਟੈਚਮੈਂਟ ਭਾਵ ਤਿਆਗ ਜਾਂ ਬੈਰਾਗ ਕਿਸੇ ਦੇ ਅੰਦਰ ਅਟੈਚਮੈਂਟ ਜਾਂ ਪਿਆਰ ਪੈਦਾ ਨਹੀਂ ਕਰ ਸਕਦਾ। ਅਗਰ ਤੁਸੀਂ ਇੱਕ ਲੜਕੀ ਨੂੰ ਸ਼ਾਦੀ ਕਰਨ ਤੋਂ ਪਹਿਲਾਂ ਸਮਝਾਵੋ, ਤੇਰੀ ਸ਼ਾਦੀ ਦੀ ਤਾਰੀਖ ਬਣ ਦਿੱਤੀ ਹੈ, ਤੂੰ ਹੁਣ ਮਾਤਾ ਪਿਤਾ ਦਾ ਪਿਆਰ ਛੱਡ ਦੇ, ਉਹ ਵਿਚਾਰੀ ਸਾਰੀ ਉਮਰ ਲੱਗੀ ਰਹੇ, ਕਦੇ ਕਾਮਯਾਬ ਹੀ ਨਹੀਂ ਹੋ ਸਕੇਗੀ। ਜਿਸ ਵਕਤ ਸ਼ਾਦੀ ਹੋ ਜਾਂਦੀ ਹੈ, ਪਤੀ ਨਾਲ ਉਸ ਦਾ ਪਿਆਰ ਹੋ ਜਾਂਦਾ ਹੈ, ਦੇਖ ਲਓ ਮਾਤਾ ਪਿਤਾ ਵੀ ਭੁੱਲ ਜਾਂਦੇ ਹਨ, ਭੈਣ ਭਾਈ ਵੀ ਭੁੱਲ ਜਾਂਦੇ ਹਨ, ਸਖੀਆਂ ਸਹੇਲੀਆਂ ਵੀ ਭੁੱਲ ਜਾਂਦੀਆਂ ਹਨ। ਇੱਕ ਆਦਮੀ ਦੇ ਮੋਹ ਔਰ ਪਿਆਰ ਨੇ ਸਭ ਦੁਨੀਆ ਦਾ ਮੋਹ ਔਰ ਪਿਆਰ ਉਹਦੇ ਅੰਦਰੋਂ ਕੱਢ ਦਿੱਤਾ। ਮਹਾਤਮਾ ਸਮਝਾਉਂਦੇ ਹਨ, ਇਹੋ ਸਾਡੇ ਮਨ ਦੀ ਆਦਤ ਹੈ ਕਿ ਜਿਤਨਾ ਚਿਰ ਇਹ ਅੰਦਰੋਂ ਕਿਸੇ ਚੀਜ਼ ਨਾਲ ਅਟੈਚ ਨਹੀਂ ਹੁੰਦਾ, ਜੁੜਦਾ ਨਹੀਂ, ਇਹ ਕਦੇ ਵੀ ਇੰਦਰੀਆਂ ਦੇ ਭੋਗਾਂ ਚੋਂ ਨਿਕਲ ਨਹੀਂ ਸਕਦਾ। ਵਿਸ਼ਿਆਂ ਵਿਕਾਰਾਂ ਸ਼ਵਾਬਾਂ ਖੁਆਬਾਂ ਦੀਆਂ ਲਚਤਾਂ ਨਹੀਂ ਛੱਡ ਸਕਦਾ। ਜਿਸ ਚੀਜ਼ ਨਾਲ ਇਸ ਨੂੰ ਅਟੈਚ ਕਰਨਾ ਹੈ, ਉਹ ਸ਼ਬਦ ਔਰ ਨਾਮ ਵੀ ਸਾਡੇ ਆਪਣੇ ਅੰਦਰ ਹੈ, ਜਿਸ ਦੇ ਮੁਤਲਕ ਗੁਰੂ ਸਾਹਿਬ ਅੱਗੇ ਖੋਲ ਕੇ ਇਸ਼ਾਰਾ ਕਰਦੇ ਹਨ। ਹਰ ਮੰਦਰ ਸ਼ਬਦੇ ਖੋਜੀਐ, ਹਰ ਨਾਮੋ ਲੈ ਸੰਭਾਲੇ। ਆਪ ਫਰਮਾਉਂਦੇ ਹਨ ਕਿ ਇਹ ਤਾਂ ਸਮਝ ਆ ਗਈ ਕਿ ਸਾਡਾ ਸਰੀਰ ਮਾਲਕ ਦੇ ਮਿਲਣ ਦੀ ਜਗ੍ਹਾ ਜਾਂ ਹਰਮੰਦਰ ਹੈ, ਪਰ ਇਸ ਹਰਮੰਦਰ ਦੇ ਅੰਦਰ ਵੜ ਕੇ ਮਾਲਕ ਦੀ ਪੂਜਾ ਕਿਸ ਤਰ੍ਹਾਂ ਕਰਨੀ ਹੈ, ਮਾਲਕ ਦੀ ਭਗਤੀ ਕਿਸ ਤਰ੍ਹਾਂ ਕਰਨੀ ਹੈ। ਗੁਰੂ ਸਾਹਿਬ ਕਹਿੰਦੇ ਹਨ, ਹਰਮੰਦਰ ਸ਼ਬਦ ਖੋਜੀਐ। ਇਸ ਹਰਮੰਦਰ ਦੇ ਅੰਦਰ ਵੜ ਕੇ ਸ਼ਬਦ ਦੀ ਕਮਾਈ ਕਰਕੇ, ਨਾਮ ਦੀ ਕਮਾਈ ਕਰਕੇ ਤੁਸੀਂ ਮਾਲਕ ਦੀ ਖੋਜ ਕਰ ਸਕਦੇ ਹੋ, ਭਾਵ ਨਾਮ ਦੀ ਕਮਾਈ ਕਰਕੇ ਮਾਲਕ ਦੀ ਪੂਜਾ ਕਰ ਸਕਦੇ ਹੋ।
ਸ਼ਬਦ ਜਾਂ ਨਾਮ ਦੀ ਕਮਾਈ ਤੋਂ ਕੀ ਮਤਲਬ ਹੈ? ਦੇਖ ਲਓ, ਜਿਤਨੇ ਵੀ ਆਪਣੇ ਮਜ਼ਹਬ ਹਨ, ਇਹਨਾਂ ਦੇ ਰਿਚੁਅਲ ਔਰ ਸੈਰੇਮਨੀ ਭਾਵ ਰਸਮੋ ਰਿਵਾਜ ਸਭ ਦੇ ਆਪੋ ਆਪਣੇ ਹਨ, ਕਿਉਂਕਿ ਇਹ ਸਾਡੇ ਖੁਦ ਪੈਦਾ ਕੀਤੇ ਹੋਏ ਹਨ। ਲੇਕਿਨ ਜੋ रूहानियत है, असलियत है, हकीकत है, एसेंस ऑफ ट्रुथ है, बेस ऑफ स्पिरिचुअलिटी है, रूहानियत का आधार है, वो हर एक मजहब की तय के अंदर इको ही है। उस एक रूहानियत नूं मुख्तलिफ महात्मा ने मुख्तलिफ कौमां, मजहबां, मुल्कां दे अंदर मुख्तलिफ लफ्ज़ां दे जरिए समझाउण दी कोशिश की है। जदों गुरु नानक साहब की बाणी पढ़ते हाँ, आप उसनूं गुरु की बाणी, धुर की बाणी, सच्ची बाणी, अमर, हुक्म, अकथ कथा, कीर्तन या शब्द और नाम कह के समझा दिंदे हन। जदों रिखी मुनियां दे वेद शास्त्र पढ़ते हाँ, वो उन्होंने आकाश बाणी, राम नाम, राम धुन, निर्मल नाद, दिव धुनी ਜਾਂ ਹੋਰ कई लफ्ज़ां नाल याद करते हैं। मुसलमान फकीर ने उसे नूं बांगे समानी, कलमे इलाही ਜਾਂ नदाए, सुल्तानी आदि कई लफ्ज़ां नाल बयान किया है। क्राइस्ट ने उसनूं वर्ड ਜਾਂ लोगास कह के बयान किया है। चीनी महात्मा ने उसनूं ताओ कह के याद किया है। सानू लफ्ज़ां दे बहस मुहासे अंदर कदे भी उलझना नहीं चाहिए। असी तां शरीर दे अंदरों उस रूहानियत की खोज करनी है, उस शब्द या नाम की खोज करनी है। फिर जिन्हां दे मतलब असी सोचते हाँ, मैं अर्ज कर चुका हाँ कि अगर कोई सच्चे तो सच्चा गुरुद्वारा, मंदिर, मस्जिद है, वो साडा शरीर है। जो कुछ महात्मा समझाते हैं बिल्कुल सच है। साडा रूहानी सफ़र पैरां दे तलियां तो लैके सिर की चोटी तीकर है। इस सफ़र दियां दो मंजिलां हन, एक अखां तीकर है, एक अखां तो उपर है। साडे जिस्म दे अंदर जिहड़ी रूह और मन की जगह है, जिसनूं कोई शिव नेत्र कहता है, दिव्य चक्षु कहता है, घरदार कहता है, नुक्ते सवेदा कहता है, कोई सिंगल आई, थर्ड आई कह के याद करता है। वो जगह हर एक दे अखां दे पिछे तीसरा तिल है। इस जगह तो हर एक का ख्याल उतरता है। 9 दवारे, 2 अखां, 2 कन्ना, 2 सुराख, 2 नक दे सुराख हैं, मूँह है, हेठा 2 इंद्रियां दे सुराख हैं। इन्हां 9 दवारियां दे जरिए साडा ख्याल नीचे उतरता है और सारी दुनिया दे अंदर फैल जाता है। इत्थे बैठे तुहानूं कदे बाल बच्चियां दा ख्याल आउंदा है, कदे कारोबार दा ख्याल आउंदा है, कदे दुकान दे गाहकां दा ख्याल आउंदा है। मन कदे किसी दा नचल्ला नहीं बैठदा, किसी ना किसी चीज़ की सोच और विचार विच लगा ही रहिंदा है। ये जिहड़ी सारा दिन साडे मन नूं सोच और विचार करन दी आदत पई हुई है, इसे नूं महात्मा सिमरन करना कहते हैं। कितनियां अंधेरियां कोठड़ियां दे अंदर तुसी अपने आप नूं क्यों ना बंद कर लवो, तुसी उस जगह नहीं होवोगे, तुहाडा ख्याल सारी दुनिया दे अंदर फैलिया होया होवेगा। फिर जिन्हां दे मतलब असी सोचते हाँ, उन्हां दियां शक्लां भी साडियां अखां अगे आ जांदियां हन। अगर पुत्रां धीआं दे मतलब सोचते हाँ, पुत्र धीआं अखां अगे आ जाणगे। अगर घर दे कारोबार मतलब सोचते हाँ, घर दे कारोबार अखां अगे आ जाणगे। इसे नूं महात्मा ध्यान धरना कहते हैं। जिन्हां दा कोई सिमरन करता है, उसे दा ध्यान करना शुरू कर दिंदा है, और जिन्हां दा सिमरन करते हाँ, ध्यान धरते हाँ, उन्हां नाल अपना मोह प्यार पैदा हो जाता है। इतना उन्हां शक्लों और पदार्थों नाल अपना मोह और प्यार पैदा हो जाता है कि रात नूं सुपने भी उन्हां दे ही आउंदे हन, और मौत के वक्त उन्हां दियां शक्लां ही सिनेमे दियां तस्वीरां दी तरह अखां अगे आके खड़ियां हो जांदियां हन। जहां आसा तहां बासा। जिधर साडा आखिरी वक्त ख्याल हुंदा है, असी दुनिया दे जीव उसे ही रौह विच बहना शुरू कर दिंदे हाँ। मिसाल दे तौर ते अगर तुसी शाम नूं सैर करदे करदे दरिया दे किनारे ते किते बहुत दूर निकल जाओ, रात पै जावे, अंधेरा हो जावे, तुहानूं समझ ना आवे कि तुसी किहड़ी तरफ अपना डेरा छड्ड आए सी, तां डेरे वापस आउण वास्ते की करोगे? तुसी ध्यान दे नाल सुणोगे, कोई ना कोई आवाज़ डेरे की तरफों आती होवेगी, कोई घुग्गू की, किसी घंटी की। उस आवाज़ नूं पकड़ के तुसी यकदम डेरे का रुख कायम कर लवोगे कि डेरा तुहाडी अगली तरफ है कि पिछली तरफ है, दाएं तरफ है कि बाएं तरफ है।
जिस वक्त रुख पता लग गया, क्योंकि रस्ते अंदर अंधेरा है, उच्ची नीची जमीन है, टोए टिब्बे हैं, झाड़ियां हैं, अगर तुहाडे हत्थ विच कोई टार्च या लालटैन होवे, तुसी रस्ता देखते देखते अपने घर वापस आ जाओगे। किहड़ी चीज़ सानू अपने घर लियाएगी? वो आवाज़ लियाएगी, वो प्रकाश लियाएगा। इसे तरह जिहड़े आपां परमात्मा दे घर तो भुले हुए हाँ, परमेश्वर ने हर एक दे अखां दे पिछे वो आवाज़ भी रखी हुई है, अखां दे पिछे वो प्रकाश भी रखा हुआ है। इसे वास्ते गुरु नानक साहब कहते ने, अंतर जोत निरंतर बाणी, साचे साहिब स्यो लिव लाई। तुहाडे हर एक दे अखां पिछे जोत जग रही है, उस जोत के अंदरों मिठी और सरीली आवाज़ पैदा हो रही है। ਜਿਹੜੇ खुशकिस्मत जीव अखां पिछे आके उस जोत के दर्शन करते हैं, उस आवाज़ नूं पलकते हैं, साचे साहिब स्यो लिव लाई, उन्हां दा दुनिया चों मोह और प्यार निकल जाता है, उन्हां दा परमात्मा नाल मोह और प्यार पै जाता है। कबीर साहब कहते हैं, दीवा बले अगम का बिन बाती बिन तेल। वो जिहड़ी अगम दी जोत है, वो तुहाडे हर एक दे अंदर जग रही है। उसनूं ना कदे तेल की लोड़ पैंदी है, ना कदे बत्ती की लोड़ पैंदी है। आप जितनियां भी बाहर पूजा करने वास्ते जोतां जगाउंदे हो, हर एक नूं बत्ती की लोड़ पैंदी है, हर एक नूं तेल की लोड़ पैंदी है। लेकिन कबीर साहब कहते हैं कि जिस जोत के दर्शन करके तुसी अंदरों रूहानी सफ़र तय करना है, जिस प्रकाश नूं देख के तुहाडे मन ने निर्मल प्योर और पवित्र होना है, उन्होंने अज तक ना कदे बत्ती की लोड़ पई है, ना कदे तेल की लोड़ पई है। वो जोत 24 घंटे हर एक दे अंदर जग रही है। वो चोरा अंदर भी है, ठगा अंदर भी है, साधु संत महात्मा अंदर भी है। हजरत ईसा कहते हैं, इफ देयर फॉर थाइन आई बी सिंगल द होल बॉडी शैल बी फुल ऑफ लाइट। अगर तुसी एक अख वाले बन जाओगे, भाव 9 द्वारियां चों ख्याल कढ़ के अखां पिछे इकट्ठा करके थर्ड आई तीसरी अख खोल लवोगे, तो तुहाडा सारा जिस्म अंदरों नूर जां प्रकाश नाल भर जाएगा। कल स्वामी जी महाराज दे शब्द विच आया सी कि जब तुसी अपने ख्याल नूं समेट के अखां पिछे लियाउंदे हो, तुसी द्वैत चों निकल के एकता दे अंदर आ जांदे हो। आप कहते हैं, बसो तुम इन नैनन में सिमट कर एक यहाँ होना, दुई यहाँ दूर हो जावे दृष्टि जोत में धरना। जदों तुसी सिमरन दे जरिए मन नूं अखां पिछे लिया के जोत विच खड़ा करोगे, तुसी द्वैत चों एकता विच आ जाओगे। गुरु अर्जन देव जी कहते हैं, जिस नाम हृदय सो सब ते ऊंचा। मालक दे मिलन दी सच्ची जुगती, सच्ची खुशी उन्हां गुरमुखां नूं ही प्राप्त हुंदी है, जो अपने ख्याल नूं अंदरों शब्द विच लीन कर दिंदे हन, नाम विच लीन कर दिंदे हन। इसे नूं महात्मा ने सच्चा शब्द और सच्चा नाम कह के याद किया है। सच्चा क्यों कहते हैं? क्योंकि परमात्मा ने शब्द के जरिए दुनिया की रचना पैदा की और उस शब्द के आधार पर खंड ब्रह्मंड खड़े हैं। गुरु नानक साहब कहते हैं, शब्दे धरती शब्दे आगास, शब्दे शब्द भया प्रगास। सगली सृष्ट शब्द के पाछे, नानक शब्द घटे घट आछे। भरावा, उस शब्द ने धरती पैदा की, सूरज पैदा किया, चंद्रमा पैदा किया। उस शब्द ने सारी दुनिया की रचना पैदा की। गरजे के वो शब्द हर एक दे अंदर धुनकारा दे रहा है। जितना चिर उस शब्द जां क्रिएटिव पावर नाल असी अपने अंदरों ख्याल नहीं जोड़ांगे, साडा देह दियां बंधनां तो किसी हालत अंदर छुटकारा नहीं हो सकता। इस वास्ते महात्मा उसनूं सच्चा शब्द कह के याद करते हैं। ये जिहड़े अपने लफज हैं, ये वर्णात्मक शब्द हैं, ये लिखण पढ़न बोलण विच आ जाते हैं। देखो अपने कितने मुल्क हैं, एक एक मुल्क दियां कितनियां कितनियां जुबानां हैं, एक एक जुबान के अंदर कितने कितने लफ्ज़ां नाल दिन रात परमात्मा नूं याद करते हैं। अल्लाह, वाहिगुरु, राधा स्वामी, हरि ओम, परमात्मा, परमेश्वर वगैरह, ये जितने भी अपने लफ्ज़ हैं, ये सब लिखण पढ़न बोलण विच आ जाते हैं।
ਲੇਕਿਨ ਹਰ ਇੱਕ ਮਹਾਤਮਾ ਸੱਚੇ ਸ਼ਬਦ ਦੀ ਮਹਿਮਾ ਕਰਦਾ ਹੈ, ਜਿਹੜਾ ਨਾ ਅੱਖਾਂ ਨਾਲ ਦੇਖਿਆ ਜਾ ਸਕਦਾ ਹੈ, ਨਾ ਜ਼ੁਬਾਨ ਨਾਲ ਬਿਆਨ ਕੀਤਾ ਜਾ ਸਕਦਾ ਹੈ, ਨਾ ਕੰਨਾਂ ਨਾਲ ਸੁਣਿਆ ਜਾ ਸਕਦਾ ਹੈ, ਜਿਸ ਨੂੰ ਹਜ਼ੂਰ ਮਹਾਰਾਜ ਜੀ ਅਨਰਿਟਨ ਲਾਅ, ਅਨਸਪੋਕਨ ਲੈਂਗੁਏਜ ਭਾਵ ਅਣਲਿਖਿਆ ਕਾਨੂੰਨ, ਅਣਬੋਲੀ ਭਾਸ਼ਾ ਕਹਿ ਕੇ ਸਮਝਾਇਆ ਕਰਦੇ ਸਨ। ਨਾ ਤੁਸੀਂ ਉਸ ਚੀਜ਼ ਨੂੰ ਇਹਨਾਂ ਅੱਖਾਂ ਨਾਲ ਦੇਖ ਸਕਦੇ ਹੋ, ਨਾ ਤੁਸੀਂ ਉਸ ਨੂੰ ਇਹਨਾਂ ਕੰਨਾਂ ਨਾਲ ਸੁਣ ਸਕਦੇ ਹੋ। ਗੁਰੂ ਅੰਗਦ ਸਾਹਿਬ ਕਹਿੰਦੇ ਹਨ, ਅੱਖੀਂ ਵਾਝੋਂ ਵੇਖਣਾ ਬਿਨ ਕੰਨਾਂ ਸੁਣਨਾ, ਪੈਰਾਂ ਵਾਝੋਂ ਚੱਲਣਾ ਬਿਨ ਹੱਥਾਂ ਕਰਨਾ, ਜੀਭੇ ਵਾਝੋਂ ਬੋਲਣਾ ਇਉਂ ਜੀਵਤ ਮਰਨਾ, ਨਾਨਕ ਹੁਕਮ ਪਛਾਣ ਕੇ ਤਉ ਖਸਮੇ ਮਿਲਣਾ। ਤੁਸੀਂ ਉਸ ਹੁਕਮ ਜਾਂ ਸ਼ਬਦ ਨੂੰ ਪਕੜ ਕੇ ਆਪਣੇ ਖਸਮ ਭਾਵ ਪਰਮਾਤਮਾ ਨੂੰ ਮਿਲੋਗੇ, ਜਿਸ ਨੂੰ ਨਾ ਕਿਸੇ ਦੀਆਂ ਅੱਖਾਂ ਦੇਖਦੀਆਂ ਹਨ, ਨਾ ਕਿਸੇ ਦੀ ਜ਼ੁਬਾਨ ਬਿਆਨ ਕਰਦੀ ਹੈ, ਨਾ ਕਿਸੇ ਦੇ ਕੰਨ ਸੁਣਦੇ ਹਨ, ਜਿੱਥੇ ਨਾ ਕਿਸੇ ਦੇ ਹੱਥ ਲੈ ਕੇ ਪਹੁੰਚਦੇ ਹਨ, ਨਾ ਕਿਸੇ ਦੇ ਪੈਰ ਲੈ ਕੇ ਪਹੁੰਚਦੇ ਹਨ, ਲੇਕਿਨ ਜਿਸ ਨੂੰ ਹਰ ਕੋਈ ਆਪਣੇ ਅੰਦਰੋਂ ਜੀਂਦੇ ਜੀ ਮਰ ਕੇ ਹਾਸਲ ਕਰ ਸਕਦਾ ਹੈ। ਜੀਂਦੇ ਜੀ ਮਰ ਕੇ ਹਾਸਲ ਕਰਨ ਦਾ ਮਤਲਬ ਇਹ ਹੈ ਕਿ ਜਿਸ ਚੀਜ਼ ਨੂੰ ਆਪਣੇ ਖਿਆਲ ਨੂੰ ਨੌਵਾਂ ਦੁਆਰਿਆਂ ਵਿੱਚੋਂ ਕੱਢ ਕੇ ਅੱਖਾਂ ਪਿੱਛੇ ਲਿਆ ਕੇ ਹਾਸਲ ਕਰ ਸਕਦੇ ਹਾਂ, ਇਸ ਨੂੰ ਮਹਾਤਮਾ ਨੇ ਜੀਵਤ ਮਰਨਾ ਕਿਹਾ ਹੈ। ਜਦੋਂ ਵੀ ਕਿਸੇ ਨੂੰ ਮੌਤ ਆਉਂਦੀ ਹੈ, ਪਹਿਲਾਂ ਉਸਦੇ ਪੈਰ ਠੰਡੇ ਹੋ ਜਾਂਦੇ ਹਨ, ਲੱਤਾਂ ਠੰਡੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ, ਧੜ ਠੰਡਾ ਹੋਣਾ ਸ਼ੁਰੂ ਹੋ ਜਾਂਦਾ ਹੈ, ਉਹਦੇ ਅੰਦਰ ਆਤਮਾ ਵੀ ਹੁੰਦੀ ਹੈ, ਉਹਨੂੰ ਕਈ ਦਫਾ ਆਪਣੇ ਆਪ ਦੀ ਵੀ ਹੋਸ਼ ਹੁੰਦੀ ਹੈ। ਜਦੋਂ ਉਹਦੀ ਆਤਮਾ ਸਿਮਟ ਕੇ ਅੱਖਾਂ ਤਿੱਕਰ ਆ ਜਾਂਦੀ ਹੈ ਔਰ ਆਤਮਾ ਸਰੀਰ ਨੂੰ ਛੱਡ ਕੇ ਇੱਕ ਤਰਫ ਹੋ ਜਾਂਦੀ ਹੈ, ਅਸੀਂ ਕਹਿੰਦੇ ਹਾਂ ਉਹ ਗੁਜ਼ਰ ਗਿਆ। ਗੁਰੂ ਨਾਨਕ ਸਾਹਿਬ ਕਹਿੰਦੇ ਹਨ, ਇਸ ਤਰ੍ਹਾਂ ਜੀਂਦੇ ਜੀ ਮਰੋ। ਅਗਰ ਤੁਸੀਂ ਸੱਚੇ ਸ਼ਬਦ ਨੂੰ ਪਕੜਨਾ ਚਾਹੁੰਦੇ ਹੋ, ਸੱਚੇ ਨਾਮ ਦੇ ਨਾਲ ਆਪਣੇ ਖਿਆਲ ਨੂੰ ਜੋੜਨਾ ਚਾਹੁੰਦੇ ਹੋ, ਸਿਮਰਨ ਔਰ ਧਿਆਨ ਦੇ ਜ਼ਰੀਏ ਜੀਂਦੇ ਜੀ ਆਪਣੇ ਖਿਆਲ ਨੂੰ ਨੌਵਾਂ ਦੁਆਰਿਆਂ ਵਿੱਚੋਂ ਕੱਢ ਕੇ ਅੱਖਾਂ ਪਿੱਛੇ ਇਕੱਠਾ ਕਰੋ। ਗੁਰੂ ਅਮਰਦਾਸ ਜੀ ਕਹਿੰਦੇ ਹਨ, ਨਾਮੇ ਹੀ ਤੇ ਸਭ ਕੁਛ ਹੋਵਾ, ਬਿਨ ਸਤਿਗੁਰ ਨਾਮ ਨਾ ਜਾਪੇ। ਆ ਜੋ ਕੁਛ ਤੁਸੀਂ ਅੱਖਾਂ ਨਾਲ ਦੁਨੀਆ ਵਿੱਚ ਦੇਖਦੇ ਹੋ, ਪਰਮਾਤਮਾ ਨੇ ਨਾਮ ਦੇ ਜ਼ਰੀਏ ਪੈਦਾ ਕੀਤਾ ਹੈ। ਜਿਸ ਚੀਜ਼ ਨੇ ਦੁਨੀਆ ਦੀ ਰਚਨਾ ਪੈਦਾ ਕੀਤੀ ਹੈ, ਜਿਸ ਦੇ ਆਧਾਰ ਤੇ ਖੰਡ ਬ੍ਰਹਿਮੰਡ ਖੜੇ ਹਨ, ਕੀ ਉਹ ਸਾਡੇ ਲਫ਼ਜ਼ ਹੋ ਸਕਦੇ ਹਨ? ਉਹ ਤਾਕਤ ਕਦੇ ਲਿਖਣ ਵਿੱਚ ਆ ਜਾਂਦੀ ਹੈ, ਪੜ੍ਹਨ ਵਿੱਚ ਆ ਜਾਂਦੀ ਹੈ, ਬੋਲਣ ਵਿੱਚ ਆ ਸਕਦੀ ਹੈ। ਉਹਦੀ ਮਿਆਦ ਕੌਣ ਮੁਕਰਰ ਕਰਦਾ ਹੈ? ਟਾਈਮ ਕੌਣ ਮੁਕਰਰ ਕਰ ਸਕਦਾ ਹੈ? ਵੇਦਾਂ ਸ਼ਾਸਤਰਾਂ ਵਿੱਚ ਆਉਂਦਾ ਹੈ, ਪਰਮਾਤਮਾ ਨੇ ਆਕਾਸ਼ਬਾਣੀ ਦੇ ਜ਼ਰੀਏ ਦੁਨੀਆ ਦੀ ਰਚਨਾ ਪੈਦਾ ਕੀਤੀ ਹੈ। ਕ੍ਰਾਈਸਟ ਬਾਈਬਲ ਵਿੱਚ ਲਿਖਦਾ ਹੈ, ਪਰਮਾਤਮਾ ਨੇ ਵਰਲਡ ਦੇ ਜ਼ਰੀਏ ਵਰਲਡ ਜਾਂ ਦੁਨੀਆ ਦੀ ਰਚਨਾ ਪੈਦਾ ਕੀਤੀ ਹੈ। ਕੁਰਾਨ ਸ਼ਰੀਫ ਵਿੱਚ ਆਉਂਦਾ ਹੈ, ਪਰਮਾਤਮਾ ਨੇ ਕਲਮੇ ਦੇ ਜ਼ਰੀਏ ਦੁਨੀਆ ਦੀ ਰਚਨਾ ਪੈਦਾ ਕੀਤੀ ਹੈ। ਚੀਨੀ ਕਹਿੰਦੇ ਹਨ, ਪਰਮਾਤਮਾ ਨੇ ਤਾਓ ਦੇ ਜ਼ਰੀਏ ਦੁਨੀਆ ਦੀ ਰਚਨਾ ਪੈਦਾ ਕੀਤੀ ਹੈ। ਉਹ ਇੱਕੋ ਤਾਕਤ ਹੈ, ਜਿਸ ਨੂੰ ਮੁਖਤਲਫ ਮਹਾਤਮਾ ਨੇ ਮੁਖਤਲਫ ਕੌਮਾਂ, ਮਜ਼ਹਬਾਂ, ਮੁਲਕਾਂ ਅੰਦਰ ਬੈਠ ਕੇ ਮੁਖਤਲਫ ਲਫ਼ਜ਼ਾਂ ਦੇ ਜ਼ਰੀਏ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਸਾਨੂੰ ਕਦੇ ਲਫ਼ਜ਼ਾਂ ਦੇ ਬਹਿਸ ਵਿੱਚ ਨਹੀਂ ਫਸਣਾ ਚਾਹੀਦਾ। ਅਸੀਂ ਤਾਂ ਸਰੀਰ ਦੇ ਅੰਦਰੋਂ ਉਸ ਸੱਚੇ ਸ਼ਬਦ ਦੇ ਨਾਲ ਖਿਆਲ ਜੋੜਨਾ ਹੈ। ਇਸ ਵਾਸਤੇ ਇੱਥੇ ਗੁਰੂ ਸਾਹਿਬ ਕਹਿੰਦੇ ਹਨ, ਹਰ ਮੰਦਰ ਸ਼ਬਦੇ ਖੋਜੀਏ, ਕਿ ਜਦੋਂ ਤੁਸੀਂ ਇਸ ਸਰੀਰ ਦੇ ਅੰਦਰ ਵੜ ਕੇ ਮਾਲਕ ਦੀ ਭਗਤੀ ਕਰ ਸਕੋਗੇ, ਮਾਲਕ ਦੀ ਪੂਜਾ ਕਰ ਸਕੋਗੇ, ਸਿਰਫ ਸ਼ਬਦ ਜਾਂ ਨਾਮ ਦੀ ਕਮਾਈ ਕਰ ਸਕੋਗੇ। ਮਨ ਮੇਰੇ ਸ਼ਬਦ ਰੁਪਏ ਰੰਗ ਹੋਏ। ਆਪ ਸਮਝਾਉਂਦੇ ਹਨ ਕਿ ਸਾਡੇ ਜਿਸਮ ਦੇ ਅੰਦਰ ਜਿਹੜੀ ਰੂਹ ਔਰ ਮਨ ਦੀ ਜਗ੍ਹਾ ਹੈ, ਉਹ ਹਰ ਇੱਕ ਦੇ ਅੱਖਾਂ ਦੇ ਪਿੱਛੇ ਹੈ। ਜਿੱਥੋਂ ਉਤਰ ਕੇ ਸਾਡਾ ਮਨ ਨੀਚੇ ਇੰਦਰੀਆਂ ਦੇ ਭੋਗਾਂ ਵੱਲ ਰੁਖ ਕਰੀ ਬੈਠਾ ਹੈ। 5 ਗਿਆਨ ਇੰਦਰੀਆਂ ਹਨ, 5 ਕਰਮ ਇੰਦਰੀਆਂ ਹਨ। ਜਿਹੜੀ ਇੰਦਰੀ ਚਾਹੁੰਦੀ ਹੈ, ਇਹਨੂੰ ਆਪਣੇ ਘਾਟ ਤੇ ਖਿੱਚ ਕੇ ਲੈ ਜਾਂਦੀ ਹੈ। ਇਹ ਲੱਜਤ ਦਾ ਮਾਰਿਆ ਹੋਇਆ ਇੰਦਰੀਆਂ ਦੇ ਭੋਗਾਂ ਦਾ ਗੁਲਾਮ ਬਣਿਆ ਬੈਠਾ ਹੈ। ਗੁਰੂ ਸਾਹਿਬ ਕਹਿੰਦੇ ਹਨ, ਜਿਤਨਾ ਚਿਰ ਮਨ ਦਾ ਰੁਖ ਨੀਚੇ ਇੰਦਰੀਆਂ ਦੇ ਭੋਗਾਂ ਦੀ ਤਰਫ ਹੈ, ਇਹ ਦੁਨੀਆ ਦੇ ਰੰਗ ਵਿੱਚ ਰੰਗਿਆ ਹੋਇਆ ਹੈ, ਪੁੱਤਰਾਂ ਧੀਆਂ ਦੇ ਰੰਗ ਵਿੱਚ ਰੰਗਿਆ ਹੋਇਆ ਹੈ, ਕੌਮਾਂ, ਮਜ਼ਹਬਾਂ, ਮੁਲਕਾਂ ਦੇ ਰੰਗ ਵਿੱਚ ਰੰਗਿਆ ਹੋਇਆ ਹੈ, ਸ਼ਰਾਬਾਂ, ਖੁਆਬਾਂ ਦੀਆਂ ਲੱਜਤਾਂ ਦੇ ਰੰਗ ਵਿੱਚ ਰੰਗਿਆ ਹੋਇਆ ਹੈ, ਦੁਨੀਆ ਦੀ ਧਨ ਦੌਲਤ ਦੇ ਰੰਗ ਵਿੱਚ ਰੰਗਿਆ ਹੋਇਆ ਹੈ। ਲੇਕਿਨ ਜਦੋਂ ਤੁਸੀਂ ਸਿਮਰਨ ਔਰ ਧਿਆਨ ਦੇ ਜ਼ਰੀਏ ਖਿਆਲ ਨੂੰ ਅੱਖਾਂ ਪਿੱਛੇ ਠਹਿਰਾ ਕੇ ਅੰਦਰ ਸ਼ਬਦ ਦੇ ਨਾਲ ਜੋੜੋਗੇ, ਸਭ ਦੁਨੀਆ ਦੇ ਰੰਗ ਉਤਰ ਜਾਣਗੇ। ਮਾਲਕ ਦੀ ਭਗਤੀ ਦਾ ਰੰਗ ਚੜ ਜਾਵੇਗਾ।
ਮਾਲਕ ਦੇ ਪਿਆਰ ਦਾ ਰੰਗ ਚੜ ਜਾਵੇਗਾ, ਮਾਲਕ ਦੇ ਇਸ਼ਕ ਦਾ ਰੰਗ ਚੜ ਜਾਵੇਗਾ। ਇਸ ਵਾਸਤੇ ਆਪ ਫਰਮਾਉਂਦੇ ਹਨ ਕਿ ਐ ਮਨ, ਜੇ ਤੂੰ ਆਪਣੇ ਆਪ ਨੂੰ ਮਾਲਕ ਦੀ ਭਗਤੀ ਦੇ ਰੰਗ ਵਿੱਚ ਰੰਗਣਾ ਚਾਹੁੰਦਾ ਹੈ ਤਾਂ ਤੂੰ ਅੱਖਾਂ ਦੇ ਪਿੱਛੇ ਖਿਆਲ ਨੂੰ ਇਕੱਠਾ ਕਰਕੇ ਸ਼ਬਦ ਦੇ ਨਾਲ ਜੋੜ। ਉਹ ਲਜਤ ਇਤਨੀ ਉੱਚੀ ਸੁੱਚੀ ਹੈ ਕਿ ਉਸ ਲਜਤ ਨੂੰ ਪਾ ਕੇ ਮਨ ਆਪਣੇ ਆਪ ਹੀ ਦੁਨੀਆ ਦੀਆਂ ਲਜਤਾਂ ਛੱਡ ਦੇਵੇਗਾ। ਗੁਰੂ ਰਾਮਦਾਸ ਜੀ ਕਹਿੰਦੇ ਹਨ, ਹਰ ਹਰ ਨਾਮ ਅੰਮ੍ਰਿਤ ਰਸ ਮੀਠਾ, ਗੁਰਮਤਿ ਸਹਿਜੇ ਪੀਜੇ। ਉਹ ਨਾਮ ਅੰਮ੍ਰਿਤ ਹੈ ਔਰ ਉਸ ਦੀ ਲਜਤ ਬਹੁਤ ਮਿੱਠੀ ਹੈ। ਉਸ ਦੀ ਲਜਤ ਨੂੰ ਮਿੱਠੀ ਕਿਉਂ ਕਹਿੰਦੇ ਹਨ? ਕਿਉਂਕਿ ਹੁਣ ਜਿਹੜੇ ਦੁਨੀਆ ਦੇ ਸੈਰ ਰੰਗ ਤਮਾਸ਼ੇ ਮਿੱਠੇ ਲੱਗਦੇ ਹਨ, ਉਸ ਨਾਮ ਜਾਂ ਸ਼ਬਦ ਨੂੰ ਪਾ ਕੇ ਫਿੱਕੇ ਲੱਗਣੇ ਸ਼ੁਰੂ ਹੋ ਜਾਂਦੇ ਹਨ। ਜਿਸ ਨੂੰ ਹੀਰੇ ਜਵਾਹਰਾਤ ਮਿਲਣਗੇ, ਉਹ ਕੌਡੀਆਂ ਮਗਰ ਦਰ-ਬਦਰ ਠੋਕਰਾਂ ਕਿਉਂ ਖਾਵੇਗਾ? ਇਸ ਵਾਸਤੇ ਗੁਰੂ ਸਾਹਿਬ ਪਿਆਰ ਨਾਲ ਕਹਿੰਦੇ ਹਨ, ਤੁਸੀਂ ਅੱਖਾਂ ਪਿੱਛੇ ਖਿਆਲ ਨੂੰ ਇਕੱਠਾ ਕਰਕੇ ਸ਼ਬਦ ਦੇ ਨਾਲ ਜੋੜੋ, ਨਾਮ ਦੇ ਨਾਲ ਜੋੜੋ, ਅਗਰ ਮਾਲਕ ਦੀ ਭਗਤੀ ਦੇ ਰੰਗ ਵਿੱਚ ਆਪਣੇ ਆਪ ਨੂੰ ਰੰਗਣਾ ਚਾਹੁੰਦੇ ਹੋ। ਸੱਚੀ ਭਗਤ ਸੱਚਾ ਹਰਿਮੰਦਰ, ਪ੍ਰਗਟੀ ਸਾਚੀ ਸੋਏ। ਹੁਣ ਆਪ ਸਾਰੇ ਗੁਰਮਤ ਨੂੰ, ਸਾਰੇ ਸੰਤਮਤ ਨੂੰ, ਸੰਤਾਂ ਮਹਾਤਮਾਵਾਂ ਦੇ ਉਪਦੇਸ਼ ਨੂੰ ਇੱਕੋ ਤੁਕ ਵਿੱਚ ਬੰਦ ਕਰ ਦਿੰਦੇ ਹਨ। ਆਪ ਫਰਮਾਉਂਦੇ ਹਨ, ਸੱਚੀ ਭਗਤੀ ਸੱਚਾ ਹਰਿਮੰਦਰ, ਕਿ ਇਹ ਜਿਹੜੀ ਸ਼ਬਦ ਦੀ ਕਮਾਈ ਹੈ, ਨਾਮ ਦੀ ਕਮਾਈ ਹੈ, ਇਹ ਸੱਚੀ ਭਗਤੀ ਹੈ। ਕਿਉਂਕਿ ਇਸੇ ਭਗਤੀ ਨੇ ਵਾਪਸ ਜਾ ਕੇ ਤੁਹਾਨੂੰ ਮਾਲਕ ਨਾਲ ਮਿਲਾਉਣਾ ਹੈ। ਹੋਰ ਕੋਈ ਭਗਤੀ ਤੁਹਾਨੂੰ ਵਾਪਸ ਜਾ ਕੇ ਪਰਮਾਤਮਾ ਨਾਲ ਨਹੀਂ ਮਿਲਾ ਸਕਦੀ। ਇਹੋ ਸਵਾਮੀ ਜੀ ਕਹਿੰਦੇ ਹਨ, ਗੁਰ ਕਹੈ ਖੋਲ ਕਰ ਭਾਈ, ਲਗ ਸ਼ਬਦ ਅਨਾਹਦ ਜਾਈ, ਬਿਨ ਸ਼ਬਦ ਉਪਾਉ ਨਾ ਦੂਜਾ, ਕਾਇਆ ਕਾ ਛੂਟੇ ਨਾ ਕੂਜਾ। ਸ਼ਬਦ ਔਰ ਨਾਮ ਦੀ ਕਮਾਈ ਤੋਂ ਇਲਾਵਾ ਕੋਈ ਉਪਾਉ, ਕੋਈ ਤਰੀਕਾ ਨਹੀਂ ਤੁਸੀਂ ਦੇਹ ਦੀਆਂ ਬੰਧਨਾਂ ਤੋਂ ਛੁਟਕਾਰਾ ਹਾਸਲ ਕਰ ਸਕੋ। ਗੁਰੂ ਅਮਰਦਾਸ ਜੀ ਕਹਿੰਦੇ ਹਨ, ਬਿਨ ਨਾਮੈ ਹੋਰ ਪੂਜ ਨਾ ਹੋਵੇ, ਭਰਮੈ ਭੂਲ ਲੁਕਾਈ। ਭਰਾਵਾ, ਸ਼ਬਦ ਔਰ ਨਾਮ ਦੀ ਕਮਾਈ ਤੋਂ ਬਗੈਰ ਮਾਲਕ ਦੀ ਕੋਈ ਭਗਤੀ, ਕੋਈ ਪੂਜਾ ਨਹੀਂ ਹੈ। ਐਵੇਂ ਦੁਨੀਆ ਦੇ ਜੀਵ ਵਹਿਮਾਂ ਭਰਮਾਂ ਵਿੱਚ ਫਸ ਕੇ ਦੌੜੇ ਫਿਰਦੇ ਹਾਂ। ਗੁਰੂ ਨਾਨਕ ਸਾਹਿਬ ਕਹਿੰਦੇ ਹਨ, ਨਾਮ ਵਿਸਾਰੇ ਚੱਲ ਅਨਮਾਰਗ, ਅੰਤ ਕਾਲ ਪਛਤਾਈ। ਭਾਵ ਨਾਮ ਦੀ ਕਮਾਈ ਕਰਨ ਦਾ ਤਰੀਕਾ ਛੱਡ ਕੇ ਅਗਰ ਤੁਸੀਂ ਕਿਸੇ ਹੋਰ ਰਸਤੇ 'ਤੇ ਚੱਲਣ ਦੀ ਕੋਸ਼ਿਸ਼ ਕਰਦੇ ਹੋ, ਅਖੀਰ ਮੌਤ ਦੇ ਵੇਲੇ ਪਛਤਾਉਣਾ ਪਵੇਗਾ। ਕਿਉਂ ਪਛਤਾਉਣਾ ਪਵੇਗਾ? ਗੁਰੂ ਅਮਰਦਾਸ ਜੀ ਫਰਮਾਉਂਦੇ ਹਨ, ਵਿਣ ਨਾਮੈ ਦਰ ਢੋਈ ਨਾਹੀ, ਤਾਂ ਜਮ ਕਰੇ ਖੁਆਰੀ। ਨਾਮ ਦੀ ਕਮਾਈ ਕਰਨ ਤੋਂ ਬਗੈਰ ਕਦੇ ਮਾਲਕ ਦੇ ਘਰ ਨਹੀਂ ਪਹੁੰਚ ਸਕੋਗੇ। ਜਮਦੂਦਾਂ ਹੱਥੋਂ ਖਰਾਬ ਹੋਣਾ ਪੈਂਦਾ ਹੈ। ਜਿਸ ਤਰ੍ਹਾਂ ਕਾਗਜ਼ ਦੀ ਪੁੜੀ ਤੇ ਪਾਣੀ ਪੈ ਜਾਵੇ, ਉਹ ਗਲ ਜਾਂਦੀ ਹੈ, ਇਸੇ ਤਰ੍ਹਾਂ ਇਸ ਸਰੀਰ ਨੇ ਅਗਨੀ ਦੇ ਸਪੁਰਦ ਹੋ ਕੇ ਗਲ ਜਾਣਾ ਹੈ, ਮਿੱਟੀ ਦੇ ਸਪੁਰਦ ਹੋ ਕੇ ਗਲ ਜਾਣਾ ਹੈ। ਅਗਰ ਅਸੀਂ ਨਾਮ ਦੀ ਕਮਾਈ ਨਹੀਂ ਕਰਾਂਗੇ, ਅਖੀਰ ਮੌਤ ਦੇ ਵੇਲੇ ਪਛਤਾਉਣਾ ਪੈਂਦਾ ਹੈ ਕਿ ਐਵੇਂ ਆਪਣੇ ਕੀਮਤੀ ਵਕਤ ਨੂੰ ਜ਼ਾਇਆ ਕਰ ਦਿੱਤਾ। ਗੁਰੂ ਅਮਰਦਾਸ ਜੀ ਕਹਿੰਦੇ ਹਨ, ਸੱਚੇ ਸ਼ਬਦ ਸੱਚੀ ਪਤ ਹੋਈ, ਬਿਨ ਨਾਮੈ ਮੁਕਤ ਨਾ ਪਾਵੈ ਕੋਈ। ਸੱਚੇ ਸ਼ਬਦ ਦੀ ਕਮਾਈ ਕਰਕੇ ਹੀ ਤੁਸੀਂ ਸੱਚੀ ਇੱਜ਼ਤ ਹਾਸਲ ਕਰ ਸਕੋਗੇ। ਉਸ ਨਾਮ ਦੀ ਕਮਾਈ ਤੋਂ ਬਗੈਰ ਕੋਈ ਮੁਕਤੀ ਹਾਸਲ ਕਰਨ ਦਾ ਤਰੀਕਾ ਨਹੀਂ ਹੈ। ਗੁਰੂ ਨਾਨਕ ਸਾਹਿਬ ਦਾਅਵੇ ਨਾਲ ਕਹਿੰਦੇ ਹਨ, ਹਰ ਨਾਮੈ ਤੁਲਨਾ ਪੂਜੀ, ਸਭ ਡਿੱਠੀ ਠੋਕ ਵਜਾਏ। ਅਸੀਂ ਪੜ੍ਹ ਪੜ੍ਹਾ ਕੇ ਗੱਲਾਂ ਨਹੀਂ ਸੁਣਾਉਂਦੇ, ਅਸੀਂ ਠੋਕ ਵਜਾ ਕੇ ਤੁਹਾਨੂੰ ਆਪਣਾ ਜਾਤੀ ਤਜਰਬਾ ਬਿਆਨ ਕਰਦੇ ਹਾਂ ਕਿ ਕੋਈ ਚੀਜ਼ ਕਦੇ ਨਾਮ ਭਗਤੀ ਦਾ ਮੁਕਾਬਲਾ ਨਹੀਂ ਕਰ ਸਕਦੀ। ਇੱਥੇ ਗੁਰੂ ਸਾਹਿਬ ਪਿਆਰ ਨਾਲ ਕਹਿੰਦੇ ਹਨ, ਸੱਚੀ ਭਗਤੀ, ਇਹ ਭਗਤੀ ਸੱਚੀ ਹੈ, ਇਹ ਸੱਚਾ ਤਰੀਕਾ ਹੈ ਸਰੀਰ ਦੇ ਅੰਦਰ ਵੜ ਕੇ ਮਾਲਕ ਦੀ ਭਗਤੀ ਕਰਨ ਦਾ, ਮਾਲਕ ਦੀ ਪੂਜਾ ਕਰਨ ਦਾ। ਹੋਰ ਕੀ ਕਹਿੰਦੇ ਹਨ? ਸੱਚਾ ਹਰਿਮੰਦਰ। ਇਹ ਸਰੀਰ ਹੀ ਤੁਹਾਡਾ ਅਸਲੀ ਹਰਿਮੰਦਰ ਹੈ। ਹੋਰ ਕੋਈ ਐਸਾ ਹਰਿਮੰਦਰ ਨਹੀਂ ਹੈ ਜਿਸ ਅੰਦਰ ਜਾ ਕੇ ਤੁਸੀਂ ਪਰਮਾਤਮਾ ਦੀ ਪ੍ਰਾਪਤੀ ਕਰ ਸਕੋ। ਗੁਰੂ ਸਾਹਿਬ ਕਹਿੰਦੇ ਹਨ, ਕੇਵਲ ਇਹ ਸਰੀਰ ਹੀ ਸੱਚਾ ਹਰਿਮੰਦਰ ਹੈ। ਗੁਰੂ ਅਮਰਦਾਸ ਜੀ ਬੜੀ ਸੁੰਦਰ ਮਿਸਾਲ ਦਿੰਦੇ ਹਨ, ਘਰ ਦਰ ਛੋੜੇ ਆਪਣਾ ਪਰ ਘਰ ਝੂਠਾ ਜਾਈ, ਚੋਰੈ ਵਾਂਗੂ ਪਕੜੀਐ ਬਿਨ ਨਾਮੈ ਝੋਟਾ ਖਾਈ। ਚੋਰ ਆਪਣਾ ਘਰ ਛੱਡ ਕੇ ਪਰਾਏ ਘਰ ਵਿੱਚ ਜਾਂਦਾ ਹੈ, ਉੱਥੇ ਪਕੜਿਆ ਜਾਂਦਾ ਹੈ,
ਉਹਨੂੰ ਪਹਿਲਾਂ ਘਰ ਵਾਲੇ ਸਜ਼ਾ ਦੇ ਲੈਂਦੇ ਹਨ, ਪੁਲਿਸ ਚਲਾਨ ਕਰ ਦਿੰਦੀ ਹੈ, ਜੇਲ੍ਹਾਂ ਵਿੱਚ ਜਾ ਕੇ ਉਹਨੂੰ ਚੱਕੀਆਂ ਚਲਾਉਣੀਆਂ ਪੈਂਦੀਆਂ ਹਨ। ਉਹਦਾ ਕਸੂਰ ਕੀ ਸੀ? ਉਹਨੇ ਆਪਣਾ ਘਰ ਛੱਡ ਕੇ ਪਰਾਏ ਘਰ ਜਾ ਕੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ। ਇਸੇ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਹਨ, ਘਰ ਦਰ ਛੋੜੈ ਆਪਣਾ ਪਰ ਘਰ ਝੂਠਾ ਜਾਏ। ਅਸੀਂ ਸਰੀਰ ਰੂਪੀ ਘਰ ਦੇ ਅੰਦਰ ਵੜ ਕੇ ਆਪਣੇ ਘਰ ਦੇ ਦਰਵਾਜ਼ੇ ਨੂੰ ਤਾਂ ਖੋਲ੍ਹਣ ਦੀ ਕੋਸ਼ਿਸ਼ ਨਹੀਂ ਕਰਦੇ, ਪਰਾਏ ਝੂਠੇ ਨਾਸ਼ਵਾਨ ਫਨਾਹ ਘਰਾਂ ਵਿੱਚ ਜਾ ਕੇ ਪ੍ਰਮਾਤਮਾ ਨੂੰ ਢੂੰਡਣ ਲੱਗੇ ਹੋਏ ਹਾਂ। ਸਾਡੇ ਘਰ ਦਾ ਦਰਵਾਜ਼ਾ ਕਿਹੜਾ ਹੈ? ਅੱਖਾਂ ਦੇ ਪਿੱਛੇ ਹੈ। ਇੱਥੇ ਤਾਂ ਖਿਆਲ ਨੂੰ ਇਕੱਠਾ ਕਰਦੇ ਨਹੀਂ, ਮੰਦਰਾਂ, ਮਸਜਿਦਾਂ, ਗੁਰਦੁਆਰਿਆਂ, ਗਿਰਜਿਆਂ ਵਿੱਚ ਜਾ ਕੇ ਪ੍ਰਮਾਤਮਾ ਨੂੰ ਢੂੰਡਣ ਲੱਗੇ ਹੋਏ ਹਾਂ। ਉਹਦਾ ਕੀ ਨਤੀਜਾ ਹੋਵੇਗਾ? ਬਿਨ ਨਾਮੈ ਚੋਟਾਂ ਖਾਈ। ਕਿ ਅਗਰ ਆਪਣੇ ਘਰ ਦੇ ਦਰਵਾਜ਼ੇ ਤੇ ਖਿਆਲ ਇਕੱਠਾ ਕਰੋਗੇ, ਤੁਹਾਨੂੰ ਨਾਮ ਰੂਪੀ ਦੌਲਤ ਮਿਲ ਜਾਵੇਗੀ। ਇਹ ਦੌਲਤ ਨੂੰ ਪਾ ਕੇ ਤੁਸੀਂ ਬਾਦਸ਼ਾਹ ਬਣ ਜਾਵੋਗੇ, ਮਰਨ ਜੰਮਣ ਦੇ ਦੁੱਖਾਂ ਤੋਂ ਛੁਟਕਾਰਾ ਹਾਸਲ ਕਰ ਲਵੋਗੇ। ਪਰ ਜੇ ਘਰ ਜਾਂ ਸਰੀਰ ਦੇ ਅੰਦਰ ਵੜ ਕੇ ਘਰ ਦੇ ਦਰਵਾਜ਼ੇ ਦੀ ਖੋਜ ਨਹੀਂ ਕਰਦੇ, ਝੂਠੇ ਫਨਾਹ ਨਾਸ਼ਵਾਨ ਘਰਾਂ ਵਿੱਚ ਪ੍ਰਮਾਤਮਾ ਨੂੰ ਢੂੰਡਣ ਲੱਗੇ ਹੋਏ ਹੋ, ਜਿਸ ਤਰ੍ਹਾਂ ਚੋਰ ਦੀ ਜੇਲ੍ਹ ਖਾਨੇ ਵਿੱਚ ਜਾ ਕੇ ਹਾਲਤ ਹੁੰਦੀ ਹੈ, ਉਸੇ ਤਰ੍ਹਾਂ ਤੁਹਾਡੀ 84 ਦੇ ਜੇਲ੍ਹ ਖਾਨੇ ਵਿੱਚ ਜਾ ਕੇ ਹਾਲਤ ਹੋਵੇਗੀ। ਜਿੱਥੇ ਵੀ ਜਾ ਕੇ ਜਨਮ ਲੈਂਦੇ ਹਾਂ, ਦੁੱਖ ਹੀ ਦੁੱਖ, ਮੁਸੀਬਤਾਂ ਹੀ ਮੁਸੀਬਤਾਂ ਸਹਿਣੀਆਂ ਪੈਂਦੀਆਂ ਹਨ। ਇਸ ਵਾਸਤੇ ਗੁਰੂ ਸਾਹਿਬ ਕਹਿੰਦੇ ਹਨ, ਸੱਚੀ ਭਗਤੀ ਸੱਚਾ ਹਰਮੰਦਰ। ਕਿ ਨਾਮ ਦੀ ਕਮਾਈ ਹੀ ਇੱਕੋ ਸੱਚੀ ਭਗਤੀ ਹੈ, ਔਰ ਇਹ ਸਰੀਰ ਹੀ ਤੁਹਾਡਾ ਸੱਚਾ ਹਰਮੰਦਰ ਹੈ। ਹਰਮੰਦਰ ਇਹੋ ਸਰੀਰ ਹੈ, ਗਿਆਨ ਰਤਨ ਪ੍ਰਗਟ ਹੋਏ, ਮਨਮੁਖ ਮੂਲ ਨਾ ਜਾਣੇ, ਮਾਨਸ ਹਰਮੰਦਰ ਨਾ ਹੋਏ। ਹੁਣ ਗੁਰੂ ਸਾਹਿਬ ਬੜੇ ਦਾਅਵੇ ਨਾਲ ਕਹਿੰਦੇ ਹਨ, ਹਰਮੰਦਰ ਇਹ ਸਰੀਰ ਹੈ, ਗਿਆਨ ਰਤਨ ਪ੍ਰਗਟ ਹੋਏ। ਭਰਾਵਾ, ਅੱਛੀ ਤਰ੍ਹਾਂ ਇਸ ਚੀਜ਼ ਨੂੰ ਮਨ ਵਿੱਚ ਬਿਠਾ ਲੈ ਕਿ ਤੇਰਾ ਸਰੀਰ ਹੀ ਮਾਲਕ ਦੇ ਰਹਿਣ ਦਾ ਅਸਲੀ ਹਰਮੰਦਰ ਹੈ। ਔਰ ਜਦੋਂ ਵੀ ਤੈਨੂੰ ਪ੍ਰਮਾਤਮਾ ਮਿਲੇਗਾ, ਸਰੀਰ ਦੇ ਅੰਦਰੋਂ ਮਿਲੇਗਾ, ਔਰ ਦੇਹ ਔਰ ਵਜੂਦ ਦੇ ਅੰਦਰੋਂ ਮਿਲੇਗਾ। ਲੇਕਿਨ ਗੁਰੂ ਸਾਹਿਬ ਕਹਿੰਦੇ ਹਨ, ਜਿਹੜੇ ਮਨਮੁਖ ਲੋਕ ਹਨ, ਉਹ ਇਸ ਗੱਲ ਦੀ ਬਹਿਸ ਕਰਦੇ ਹਨ ਕਿ ਐਡਾ ਵੱਡਾ ਪ੍ਰਮਾਤਮਾ ਸਾਡੇ ਸਰੀਰ ਅੰਦਰ ਕਿਸ ਤਰ੍ਹਾਂ ਬੈਠ ਸਕਦਾ ਹੈ। ਉਹ ਕਹਿੰਦੇ ਹਨ, ਸਰੀਰ ਤਾਂ ਹੱਡ ਚੰਮ ਮਾਸ ਦਾ ਬਣਿਆ ਹੋਇਆ ਹੈ, ਇਹ 5-6 ਫੁੱਟ ਦਾ ਮਿੱਟੀ ਦਾ ਪੁਤਲਾ ਹੈ, ਐਡਾ ਵੱਡਾ ਪ੍ਰਮਾਤਮਾ ਸਰੀਰ ਵਿੱਚ ਕਿਸ ਤਰ੍ਹਾਂ ਆ ਸਕਦਾ ਹੈ। ਮਨਮੁਖ ਸੋਚਦੇ ਹਨ, ਉਹ ਪ੍ਰਮਾਤਮਾ ਕਿਤੇ ਅਸਮਾਨਾਂ ਪਿੱਛੇ ਛੁਪਿਆ ਬੈਠਾ ਹੋਵੇਗਾ, ਵੱਡੇ ਵੱਡੇ ਗੁਰਦੁਆਰੇ, ਮੰਦਿਰ, ਮਸਜਿਦ ਵਿੱਚੋਂ ਮਿਲੇਗਾ, ਹੱਡ ਚੰਮ ਮਾਸ ਚੋਂ ਕਿਸ ਤਰ੍ਹਾਂ ਪ੍ਰਮਾਤਮਾ ਮਿਲ ਸਕਦਾ ਹੈ। ਇਸ ਵਾਸਤੇ ਆਪ ਫਰਮਾਉਂਦੇ ਹਨ, ਜਿਹੜੇ ਮਨਮੁਖ ਲੋਕ ਹਨ, ਉਹ ਹਮੇਸ਼ਾ ਬਾਹਰ ਮੁਖੀ ਹੋਏ ਬੈਠੇ ਹਨ, ਕਰਮ ਕਾਂਡ ਵਿੱਚ ਹੀ ਉਲਝੇ ਰਹਿੰਦੇ ਹਨ। ਉਹ ਪ੍ਰਮਾਤਮਾ ਨੂੰ ਬਾਹਰੋਂ ਢੂੰਡਣ ਦੀ ਕੋਸ਼ਿਸ਼ ਕਰਦੇ ਹਨ। ਇਸ ਵਾਸਤੇ ਆਪ ਪਿਆਰ ਨਾਲ ਫਰਮਾਉਂਦੇ ਹਨ ਕਿ ਜੋ ਕੁਛ ਮਿਲਣਾ ਹੈ ਸਰੀਰ ਦੇ ਅੰਦਰੋਂ ਮਿਲਣਾ ਹੈ। ਗੁਰੂ ਅਮਰਦਾਸ ਜੀ ਫਰਮਾਉਂਦੇ ਹਨ, ਗੁਰਮੁਖ ਹੋਵੇ ਸੋ ਕਾਇਆ ਖੋਜੇ, ਹੋਰ ਸਭ ਭਰਮ ਭੁਲਾਈ। ਕਿ ਜੋ ਗੁਰਮੁਖ ਲੋਕ ਹਨ, ਉਹ ਸਰੀਰ ਔਰ ਦੇਹ ਦੇ ਅੰਦਰੋਂ ਮਾਲਕ ਨੂੰ ਖੋਜਦੇ ਹਨ। ਬਾਕੀ ਜੋ ਮਨਮੁਖ ਹਨ, ਉਹ ਇੱਥੇ ਦੁਨੀਆ ਦੇ ਵਹਿਮਾਂ ਭਰਮਾਂ ਵਿੱਚ ਫਸ ਕੇ ਦਿਨ ਰਾਤ ਭੁੱਲੇ ਫਿਰਦੇ ਹਨ। ਹਰਿਮੰਦਰ ਹਰ ਜੀਓ, ਸਾਜਿਆ ਰੱਖਿਆ ਹੁਕਮ ਸਵਾਰੈ, ਤੁਰ ਲੇਖ ਲਿਖਿਆ ਸੋ ਕਮਾਵਣਾ, ਕੋਈ ਨਾ ਮੇਟਣ ਹਾਰ। ਹੁਣ ਬੜਾ ਸੁੰਦਰ ਉਪਦੇਸ਼ ਕਰਦੇ ਹਨ ਕਿ ਜਿਹੜਾ ਸਰੀਰ ਰੂਪੀ ਹਰਿਮੰਦਰ ਹੈ, ਇਹ ਸਾਜਿਆ ਹੋਇਆ ਵੀ ਉਸ ਹਰੀ ਜਾਂ ਪਰਮਾਤਮਾ ਦਾ ਹੈ, ਇਹ ਬਖਸ਼ਿਆ ਹੋਇਆ ਵੀ ਉਸੇ ਪਰਮਾਤਮਾ ਦਾ ਹੈ, ਇਹ ਉਸੇ ਦਾ ਆਪਣਾ ਡਿਜ਼ਾਈਨ ਹੈ, ਹੋਰ ਕਿਸੇ ਦਾ ਨਹੀਂ। ਔਰ ਇਸ ਦੀ ਦੇਖਭਾਲ ਸੰਭਾਲ ਵੀ ਉਹ ਆਪ ਕਰਦਾ ਹੈ। ਅਸੀਂ ਸਮਝਦੇ ਹਾਂ ਕਿ ਸਾਨੂੰ ਆਪਣਾ ਜ਼ਿਆਦਾ ਫਿਕਰ ਹੈ, ਪਰ ਜਿਨ੍ਹਾਂ ਮਹਾਤਮਾਵਾਂ ਦੀਆਂ ਅੱਖਾਂ ਖੁੱਲੀਆਂ ਹਨ, ਉਹ ਸਮਝਾਉਂਦੇ ਹਨ, ਸਾਡੇ ਨਾਲੋਂ ਸਾਡੇ ਪੈਦਾ ਕਰਨ ਵਾਲੇ ਨੂੰ ਸਾਡਾ ਜ਼ਿਆਦਾ ਫਿਕਰ ਹੈ। ਲੇਕਿਨ ਆਪ ਫਰਮਾਉਂਦੇ ਹਨ, ਇਹ ਸਾਜਿਆ ਜ਼ਰੂਰ ਉਸ ਪਰਮਾਤਮਾ ਨੇ ਹੈ, ਪਰ ਜੋ ਜੋ ਤੁਸੀਂ ਕਰਮ ਲੈ ਕੇ ਆਏ ਹੋ, ਜੋ ਜੋ ਤੁਹਾਡੇ ਪ੍ਰਾਲਬਧ ਕਰਮ ਹਨ, ਤੁਸੀਂ ਉਹਨਾਂ ਦਾ ਵੀ ਇਸੇ ਸਰੀਰ ਵਿੱਚ ਬੈਠ ਕੇ ਹਿਸਾਬ ਕਿਤਾਬ ਦੇਣਾ ਹੈ। ਉਹਨਾਂ ਕਰਮਾਂ ਨੂੰ ਕੋਈ ਮਿਟਾ ਨਹੀਂ ਸਕਦਾ, ਉਹਨਾਂ ਕਰਮਾਂ ਨੂੰ ਭੁਗਤਣਾ ਪੈਣਾ ਹੈ। ਗੁਰੂ ਸਾਹਿਬ ਦੇ ਕਹਿਣ ਦਾ ਮਤਲਬ ਕਿ ਜਿਹੜਾ ਇਨਸਾਨ ਦਾ ਜਾਮਾ ਮਿਲਿਆ ਹੈ, ਇਹ ਸਾਡੇ ਪ੍ਰਾਲਬਧ ਕਰਮਾਂ ਦਾ ਨਤੀਜਾ ਹੈ। ਜੋ ਜੋ ਪਿੱਛੇ ਕਰਮ ਕੀਤੇ ਹਨ, ਉਹਨਾਂ ਦਾ ਦੇਹ ਵਿੱਚ ਬੈਠ ਕੇ ਆਪਾਂ ਹੁਣ ਹਿਸਾਬ ਕਿਤਾਬ ਦੇਣਾ ਹੈ। ਜੋ ਜੋ ਹੁਣ ਕਰਮ ਕਰਾਂਗੇ, ਉਹਨਾਂ ਦਾ ਨਤੀਜਾ ਭੁਗਤਣ ਵਾਸਤੇ
ਫਿਰ ਸਾਨੂੰ ਵਾਪਸ ਇਸੇ 84 ਦੇ ਜੇਲ੍ਹਖਾਨੇ ਵਿੱਚ ਆਉਣਾ ਪਵੇਗਾ। ਇਸ ਵਾਸਤੇ ਆਪ ਸਮਝਾਉਂਦੇ ਹਨ ਕਿ ਇਹ ਕਰਮਾਂ ਦਾ ਹਿਸਾਬ ਕਿਤਾਬ ਤਾਂ ਸਾਨੂੰ ਖੁਦ ਹੀ ਸਰੀਰ ਵਿੱਚ ਬੈਠ ਕੇ ਦੇਣਾ ਪੈਂਦਾ ਹੈ। ਅਗਰ ਅਸੀਂ ਮਾਲਕ ਦੇ ਭਾਣੇ ਵਿੱਚ ਰਹਿ ਕੇ ਮਾਲਕ ਦੇ ਨਾਮ ਦੀ ਕਮਾਈ ਕਰਦੇ ਰਹੀਏ ਤਾਂ ਅਸੀਂ ਖੁਸ਼ੀ-ਖੁਸ਼ੀ ਪ੍ਰਾਰਬਧ ਕਰਮਾਂ ਦਾ ਹਿਸਾਬ ਕਿਤਾਬ ਦੇ ਸਕਦੇ ਹਾਂ। ਕਰਮਾਂ ਦਾ ਹਿਸਾਬ ਕਿਤਾਬ ਤਾਂ ਦੇਣਾ ਹੀ ਪਵੇਗਾ, ਲੇਕਿਨ ਨਾਮ ਦੀ ਕਮਾਈ ਕਰਨ ਨਾਲ ਖਿਆਲ ਇਤਨਾ ਉੱਚਾ ਹੋ ਜਾਂਦਾ ਹੈ ਕਿ ਸਾਨੂੰ ਇਹਨਾਂ ਦਾ ਜ਼ਰਾ ਵੀ ਦੁੱਖ ਮਹਿਸੂਸ ਨਹੀਂ ਹੁੰਦਾ। ਅਸੀਂ ਖੁਸ਼ੀ-ਖੁਸ਼ੀ ਇਹਨਾਂ ਕਰਮਾਂ ਦਾ ਹਿਸਾਬ ਕਿਤਾਬ ਅਦਾ ਕਰ ਸਕਦੇ ਹਾਂ। ਇਸ ਲਈ ਭਾਣੇ ਵਿੱਚ ਰਹਿਣਾ ਚਾਹੀਦਾ ਹੈ, ਮਾਲਕ ਦੇ ਹੁਕਮ ਵਿੱਚ ਰਹਿਣਾ ਚਾਹੀਦਾ ਹੈ। ਭਾਣੇ ਵਿੱਚ ਰਹਿਣ ਦਾ ਮਤਲਬ ਹੈ ਕਿ ਜਿਸ ਵੀ ਹਾਲਤ ਵਿੱਚ ਪਰਮਾਤਮਾ ਰੱਖਦਾ ਹੈ ਉਸੇ ਹੀ ਹਾਲਤ ਵਿੱਚ ਰਹਿੰਦੇ ਹੋਏ ਨਾਮ ਦੀ ਕਮਾਈ ਕਰਨੀ ਚਾਹੀਦੀ ਹੈ, ਪਰਮਾਤਮਾ ਦੀ ਭਗਤੀ ਕਰਨੀ ਚਾਹੀਦੀ ਹੈ। ਸੰਤ ਨਾਮਦੇਵ ਜੀ ਕਹਿੰਦੇ ਹਨ, ਜੇ ਰਾਜ ਦੇ ਤਾਂ ਕਵਨ ਬੜਾਈ, ਜੋ ਭੀਖ ਮੰਗਾਵੇ ਤਾਂ ਕਿਆ ਘਟ ਜਾਈ। ਐ ਪਰਮੇਸ਼ਰ, ਅਗਰ ਤੂੰ ਮੈਨੂੰ ਦੁਨੀਆ ਦਾ ਰਾਜਪਾਟ ਵੀ ਦੇ ਦੇਵੇਂਗਾ ਤਾਂ ਵੀ ਮੈਂ ਤੇਰੀ ਹੀ ਭਗਤੀ ਕਰਨੀ ਹੈ, ਤੇਰੇ ਨਾਲ ਹੀ ਪਿਆਰ ਕਰਨਾ ਹੈ। ਅਗਰ ਮੈਨੂੰ ਦੁਨੀਆ ਵਿੱਚ ਆ ਕੇ ਦਰ-ਬਦਰ ਠੋਕਰਾਂ ਖਾਣੀਆਂ ਪੈਂਦੀਆਂ ਹਨ ਤਾਂ ਕਿਹੜਾ ਮੈਂ ਦਾਤੇ ਦਾ ਦਰਵਾਜ਼ਾ ਛੱਡ ਕੇ ਚਲੇ ਜਾਣਾ ਹੈ। ਮੈਂ ਤਾਂ ਫਿਰ ਵੀ ਤੇਰੀ ਹੀ ਭਗਤੀ ਕਰਨੀ ਹੈ। ਜਿਸ ਤਰ੍ਹਾਂ ਇੱਕ ਸਮੁੰਦਰੀ ਜਹਾਜ਼ ਦੇ ਕਾਂ ਨੂੰ ਉਸ ਜਹਾਜ਼ ਤੋਂ ਬਗੈਰ ਬੈਠਣ ਦਾ ਹੋਰ ਕੋਈ ਟਿਕਾਣਾ ਨਹੀਂ ਹੈ, ਉਸੇ ਤਰ੍ਹਾਂ ਸੋਚ ਕੇ ਦੇਖ ਲਓ, ਸਾਡੀ ਆਤਮਾ ਨੂੰ ਮਾਲਕ ਤੋਂ ਇਲਾਵਾ ਕਿਹੜਾ ਟਿਕਾਣਾ ਹੋ ਸਕਦਾ ਹੈ। ਜਿਤਨੀਆਂ ਮਰਜ਼ੀ ਉਡਾਰੀਆਂ ਮਾਰ ਲਈਏ, ਅਖੀਰ ਫਿਰ ਮਾਲਕ ਦੇ ਹੁਕਮ ਵਿੱਚ ਆਉਣਾ ਪੈਂਦਾ ਹੈ, ਮਾਲਕ ਦੇ ਭਾਣੇ ਵਿੱਚ ਆਉਣਾ ਪੈਂਦਾ ਹੈ। ਇਸ ਵਾਸਤੇ ਗੁਰੂ ਸਾਹਿਬ ਸਮਝਾਉਂਦੇ ਹਨ ਕਿ ਜਿਹੜਾ ਤੁਹਾਡਾ ਸਰੀਰ ਹੈ ਇਹ ਪ੍ਰਾਰਬਧ ਕਰਮਾਂ ਦਾ ਨਤੀਜਾ ਹੈ। ਤੁਹਾਨੂੰ ਪੂਰਬਲੇ ਜਨਮਾਂ ਦੇ ਪੁੰਨਾਂ ਔਰ ਪਾਪਾਂ ਕਰਕੇ ਇਨਸਾਨ ਦਾ ਜਾਮਾ ਮਿਲਿਆ ਹੈ। ਤੁਸੀਂ ਦੇਹ ਵਿੱਚ ਬੈਠ ਕੇ ਉਹਨਾਂ ਸਾਰਿਆਂ ਪੁੰਨਾਂ ਦਾ ਹਿਸਾਬ ਕਿਤਾਬ ਦੇਣਾ ਹੈ ਔਰ ਹਿਸਾਬ ਕਿਤਾਬ ਦਿੰਦੇ ਹੋਏ ਹਰ ਹਾਲਤ ਵਿੱਚ ਨਾਮ ਦੀ ਕਮਾਈ ਕਰੋ। ਇਹ ਨਹੀਂ ਕਿ ਪੁੰਨਾਂ ਦਾ ਹਿਸਾਬ ਕਿਤਾਬ ਦਿੰਦੇ ਹੋਏ ਤੁਹਾਡਾ ਧਿਆਨ ਐਸ਼ੋ ਇਸ਼ਰਤ ਦੀ ਤਰਫ ਚਲੇ ਜਾਵੇ, ਤੁਸੀਂ ਪਰਮਾਤਮਾ ਨੂੰ ਬਿਲਕੁਲ ਭੁੱਲ ਜਾਵੋ, ਜਾਂ ਪਾਪਾਂ ਦਾ ਹਿਸਾਬ ਦਿੰਦੇ ਹੋਏ ਘਬਰਾ ਜਾਓ, ਰੋਣਾ ਪਿੱਟਣਾ ਸ਼ੁਰੂ ਕਰ ਦਿਓ, ਪਰਮਾਤਮਾ ਨੂੰ ਭੁੱਲ ਜਾਓ। ਇਸ ਤਰ੍ਹਾਂ ਹੋਵੇਗਾ ਤਾਂ ਪਰਮਾਤਮਾ ਦੀ ਭਗਤੀ ਕਿਹੜੇ ਵੇਲੇ ਕਰੋਗੇ। ਦੇਹ ਵਿੱਚ ਬੈਠ ਕੇ ਆਪਾਂ ਪੁੰਨਾਂ ਔਰ ਪਾਪਾਂ ਦਾ ਹਿਸਾਬ ਕਿਤਾਬ ਤਾਂ ਹਮੇਸ਼ਾ ਦਿੰਦੇ ਹੀ ਰਹਿਣਾ ਹੈ। ਇਸ ਵਾਸਤੇ ਮਹਾਤਮਾ ਕਹਿੰਦੇ ਹਨ, ਜਿਸ ਵੀ ਹਾਲਤ ਵਿੱਚ ਉਹ ਪਰਮਾਤਮਾ ਰੱਖਦਾ ਹੈ ਉਸੇ ਹਾਲਤ ਵਿੱਚ ਰਹਿੰਦੇ ਹੋਏ ਸ਼ਬਦ ਦੀ ਕਮਾਈ ਕਰੋ, ਨਾਮ ਦੀ ਕਮਾਈ ਕਰੋ। ਸ਼ਬਦ ਚੀਨ ਸੁਖ ਪਾਇਆ, ਸੱਚੇ ਨਾਏ ਪਿਆਰ। ਹੁਣ ਗੁਰੂ ਸਾਹਿਬ ਫਰਮਾਉਂਦੇ ਹਨ, ਤੁਸੀਂ ਸਰੀਰ ਅੰਦਰ ਬੈਠ ਕੇ ਕਿਤਨਾ ਸੁੱਖ ਔਰ ਸ਼ਾਂਤੀ ਢੂੰਡਣ ਦੀ ਕੋਸ਼ਿਸ਼ ਕਰੋ, ਕਦੇ ਕਾਮਯਾਬ ਨਹੀਂ ਹੋ ਸਕੋਗੇ। ਜਿਨ੍ਹਾਂ ਚੀਜ਼ਾਂ 'ਚੋਂ ਸੁੱਖ ਢੂੰਡਦੇ ਹਾਂ ਉਹ ਸਭ ਟੈਂਪਰੇਰੀ ਔਰ ਆਰਜੀ ਹਨ, ਥੋੜ੍ਹੇ ਸਮੇਂ ਲਈ ਹਨ। ਇਹਨਾਂ ਚੀਜ਼ਾਂ ਦਾ ਸੁੱਖ ਔਰ ਆਰਾਮ ਵੀ ਕੇਵਲ ਟੈਂਪਰੇਰੀ ਜਾਂ ਆਰਜੀ ਹੈ, ਥੋੜ੍ਹੇ ਸਮੇਂ ਲਈ ਹੁੰਦਾ ਹੈ। ਜੋ ਵੀ ਥੋੜ੍ਹੇ ਬਹੁਤ ਸੁੱਖ ਨਜ਼ਰ ਆਉਂਦੇ ਹਨ ਉਹ ਵੀ ਅਰਸਾ ਪਾ ਕੇ ਆਹਿਸਤਾ ਆਹਿਸਤਾ ਦੁੱਖਾਂ ਅੰਦਰ ਤਬਦੀਲ ਹੋਣੇ ਸ਼ੁਰੂ ਹੋ ਜਾਂਦੇ ਹਨ। ਗੁਰੂ ਸਾਹਿਬ ਕਹਿੰਦੇ ਹਨ, ਜਿਤਨਾ ਚਿਰ ਇਹਨਾਂ ਕਰਮਾਂ ਦਾ ਹਿਸਾਬ ਕਿਤਾਬ ਦੇਣ ਲੱਗੇ ਹੋਏ ਹਾਂ ਉਤਨਾ ਅਰਸਾ ਇਹ ਦੇਹ ਵਿੱਚ ਬੈਠ ਕੇ ਹਮੇਸ਼ਾ ਵਾਸਤੇ ਸੁੱਖ ਕਿਸ ਤਰ੍ਹਾਂ ਪ੍ਰਾਪਤ ਕਰ ਸਕਦੇ ਹਾਂ, ਸ਼ਾਂਤੀ ਕਿਸ ਤਰ੍ਹਾਂ ਪ੍ਰਾਪਤ ਕਰ ਸਕਦੇ ਹਾਂ। ਕਹਿੰਦੇ ਹਨ, ਅਗਰ ਤੁਸੀਂ ਆਪਣੇ ਖਿਆਲ ਨੂੰ ਅੰਦਰ ਅੱਖਾਂ ਪਿੱਛੇ ਲਿਆ ਕੇ ਸ਼ਬਦ ਨਾਲ ਜੋੜ ਲਵੋਗੇ, ਨਾਮ ਦੇ ਨਾਲ ਜੋੜ ਲਵੋਗੇ ਤਾਂ ਤੁਸੀਂ ਹਮੇਸ਼ਾ ਵਾਸਤੇ ਸੁੱਖ ਹਾਸਲ ਕਰ ਲਵੋਗੇ, ਸ਼ਾਂਤੀ ਹਾਸਲ ਕਰ ਲਵੋਗੇ। ਕਿਉਂਕਿ ਤੁਸੀਂ ਕਰਮਾਂ ਦੇ ਸਿਲਸਿਲੇ ਤੋਂ ਉੱਪਰ ਨਿਕਲ ਜਾਂਦੇ ਹੋ, ਦੁੱਖਾਂ ਔਰ ਸੁੱਖਾਂ ਤੋਂ ਹੀ ਆਪਣੇ ਮਨ ਨੂੰ ਉੱਪਰ ਲੈ ਜਾਂਦੇ ਹੋ। ਦੁੱਖ ਸੁੱਖ ਅੱਖਾਂ ਤੋਂ ਨੀਚੇ ਹੀ ਰਹਿ ਜਾਂਦੇ ਹਨ, ਤੁਸੀਂ ਅੱਖਾਂ ਤੋਂ ਉੱਪਰ ਚਲੇ ਜਾਂਦੇ ਹੋ। ਗੁਰੂ ਨਾਨਕ ਸਾਹਿਬ ਕਹਿੰਦੇ ਹਨ, ਸ਼ਬਦ ਸੁਰਤ ਸੁਖ ਉਪਜੈ, ਪ੍ਰਭ ਰਾਤੋ ਸੁਖ ਸਾਰ। ਜਿਹੜੇ ਸੁਰਤ ਸ਼ਬਦ ਦਾ ਅਭਿਆਸ ਕਰਕੇ ਮਾਲਕ ਦੇ ਰੰਗ ਵਿੱਚ ਰੰਗੇ ਜਾਂਦੇ ਹਨ, ਮਾਲਕ ਦੇ ਪਿਆਰ ਦੇ ਵਿੱਚ ਰੰਗੇ ਜਾਂਦੇ ਸਨ, ਉਹ ਹਮੇਸ਼ਾ ਸੁਖੀ ਹੋ ਜਾਂਦੇ ਹਨ। ਆਪ ਕਹਿੰਦੇ ਹਨ, ਨਾਨਕ ਦੁਖੀਆ ਸਭ ਸੰਸਾਰ, ਸੋ ਸੁਖੀਆ ਜੋ ਨਾਮ ਆਧਾਰ। ਸਭ ਦੁਨੀਆ ਦੇ ਜੀਵ ਆਪੋ ਆਪਣੀ ਜਗ੍ਹਾ ਦੁੱਖਾਂ ਔਰ ਮੁਸੀਬਤਾਂ ਨਾਲ ਭਰੇ ਪੀਤੇ ਬੈਠੇ ਹਨ। ਅਸਲੀ ਸੁੱਖ ਉਹਨਾਂ ਨੂੰ ਹੈ ਜਿਨ੍ਹਾਂ ਨੇ ਉਸ ਸ਼ਬਦ ਦਾ ਆਸਰਾ ਲਿਆ ਹੋਇਆ ਹੈ, ਅੰਦਰੋਂ ਨਾਮ ਦਾ ਆਸਰਾ ਲਿਆ ਹੋਇਆ ਹੈ। ਇਸ ਵਾਸਤੇ ਗੁਰੂ ਸਾਹਿਬ ਕਹਿੰਦੇ ਹਨ, ਅਗਰ ਅੱਖਾਂ ਪਿੱਛੇ ਖਿਆਲ ਲਿਆ ਕੇ ਆਪਣੇ ਮਨ ਨੂੰ ਅੰਦਰੋਂ ਸ਼ਬਦ ਨਾਲ ਜੋੜ ਲਵੋਗੇ, ਤੁਸੀਂ ਇਸ ਕਰਮਾਂ ਦੇ ਸਿਲਸਿਲੇ ਨੂੰ ਵੀ ਖਤਮ ਕਰ ਲਵੋਗੇ ਔਰ
ਹਮੇਸ਼ਾ ਵਾਸਤੇ ਸੁੱਖ ਔਰ ਸ਼ਾਂਤੀ ਵੀ ਹਾਸਲ ਕਰ ਲਵੋਗੇ। ਹਰਮੰਦਰ ਸ਼ਬਦੇ ਸੋਹਣਾ ਕੰਚਨ ਕੋਟ ਅਪਾਰ। ਬੜੇ ਸੁੰਦਰ ਤਰੀਕੇ ਨਾਲ ਸਮਝਾਉਂਦੇ ਹਨ ਕਿ ਅਗਰ ਤੁਸੀਂ ਖਿਆਲ ਨੂੰ ਅੰਦਰੋਂ ਸ਼ਬਦ ਦੇ ਨਾਲ ਜੋੜ ਲਵੋਗੇ, ਜਿਹੜੀ ਤੁਹਾਡੀ ਦੇਹ ਹੈ ਉਹ ਕੰਚਨ ਹੈ, ਭਾਵ ਸੋਨੇ ਦੀ ਬਣ ਜਾਵੇਗੀ ਔਰ ਤੁਹਾਡਾ ਦੇਹ ਵਿੱਚ ਆਉਣ ਦਾ ਪਰਪਸ ਪੂਰਾ ਹੋ ਜਾਵੇਗਾ, ਮਕਸਦ ਪੂਰਾ ਹੋ ਜਾਵੇਗਾ। ਕਿਸ ਵਾਸਤੇ ਪ੍ਰਮਾਤਮਾ ਨੇ ਇਨਸਾਨ ਦਾ ਜਾਮਾ ਦਿੱਤਾ ਹੈ? ਤਾਂ ਕਿ ਕਰਮਾਂ ਦਾ ਸਿਲਸਿਲਾ ਖਤਮ ਕਰ ਸਕੀਏ, ਆਤਮਾ ਨੂੰ ਨਿਰਮਲ, ਪਿਓਰ ਔਰ ਪਵਿੱਤਰ ਕਰ ਸਕੀਏ, ਤਾਂ ਜੋ ਵਾਪਸ ਜਾ ਕੇ ਮਾਲਕ ਦੇ ਮਿਲਣ ਦੇ ਕਾਬਿਲ ਬਣ ਸਕੀਏ। ਅਗਰ ਲਾਹਾ ਹੈ ਇਸ ਇਨਸਾਨ ਦੇ ਜਾਮੇ ਦਾ, ਉਹ ਕੇਵਲ ਮਾਲਕ ਦੀ ਭਗਤੀ ਹੈ, ਪਿਆਰ ਹੈ। ਪੁੱਤਰ ਧੀਆਂ ਤਾਂ ਆਪਾਂ ਨੂੰ ਹਰ ਜਾਮੇ ਵਿੱਚ ਮਿਲਦੇ ਹਨ। ਖਾਣਾ ਪੀਣਾ, ਐਸ਼ੋ ਇਸ਼ਰਤ ਆਪਾਂ ਹਮੇਸ਼ਾ ਕਰਦੇ ਆਏ ਹਾਂ। ਜਿਹੜੀ ਅਨੋਖੀ ਚੀਜ਼ ਹੈ ਜੋ ਪਿੱਛੇ ਨਹੀਂ ਕਰ ਸਕੇ, ਹੁਣ ਕਰ ਸਕਦੇ ਹਾਂ, ਉਹ ਕੇਵਲ ਮਾਲਕ ਦੀ ਭਗਤੀ ਹੈ, ਨਾਮ ਦੀ ਭਗਤੀ ਹੈ। ਇਸੇ ਵਾਸਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਹਨ, 184 ਜੂਨ ਸੁਭਾਈ ਮਾਨਸ ਕੋ ਪ੍ਰਭ ਦੀ ਵਡਿਆਈ। ਇਸ ਪੌੜੀ ਤੇ ਜੋ ਨਰ ਚੁਕੇ ਸੋ ਆਏ ਜਾਏ ਦੁੱਖ ਪਾਏਦਾ। ਇਹ ਜੋ ਇਨਸਾਨ ਦਾ ਜਾਮਾ ਹੈ, ਇਹ ਸੀੜੀ ਦਾ ਅਖੀਰਲਾ ਡੰਡਾ ਹੈ। ਕੋਸ਼ਿਸ਼ ਕਰਾਂਗੇ ਆਪਣੇ ਘਰ ਅੰਦਰ ਚਲੇ ਜਾਵਾਂਗੇ। ਜੇ ਉੱਪਰਲੀ ਪੌੜੀ ਤੋਂ ਪੈਰ ਫਿਸਲਦਾ ਹੈ, ਸਿੱਧੇ ਨੀਚੇ ਆ ਕੇ ਗਿਰਦੇ ਹਾਂ। ਗੁਰੂ ਸਾਹਿਬ ਕਹਿੰਦੇ ਹਨ, ਅਗਰ ਇਸ ਮੌਕੇ ਤੋਂ ਫਾਇਦਾ ਉਠਾ ਕੇ ਸ਼ਬਦ ਦੀ ਕਮਾਈ ਕਰੋਗੇ, ਤੁਹਾਡਾ ਦੇਹ ਦੀਆਂ ਬੰਧਨਾਂ ਤੋਂ ਹਮੇਸ਼ਾ ਵਾਸਤੇ ਛੁਟਕਾਰਾ ਹੋ ਜਾਵੇਗਾ। ਅਗਰ ਉਸੇ ਤਰ੍ਹਾਂ ਵਿਸ਼ਿਆਂ, ਵਕਾਰਾਂ, ਸ਼ਵਾਬਾਂ, ਕਵਾਬਾਂ, ਕੌਮਾਂ, ਮਜ਼ਹਬਾਂ, ਮੁਲਕਾਂ ਦੇ ਝਗੜਿਆਂ ਵਿੱਚ ਹੀ ਫਸੇ ਰਹਿਣਾ ਹੈ, ਇਹਨਾਂ ਸਾਰਿਆਂ ਕਰਮਾਂ ਦਾ ਨਤੀਜਾ ਭੁਗਤਣ ਵਾਸਤੇ ਬਾਰ-ਬਾਰ ਇਸੇ 84 ਦੇ ਜੇਲ੍ਹ ਖਾਨੇ ਵਿੱਚ ਆਉਣਾ ਪੈਂਦਾ ਹੈ। ਇਸ ਵਾਸਤੇ ਮਹਾਤਮਾ ਕਹਿੰਦੇ ਹਨ, ਉਹ ਮੰਜ਼ਿਲੇ ਮਕਸੂਦ ਨੂੰ ਆਪਣੀਆਂ ਅੱਖਾਂ ਅੱਗੇ ਰੱਖੋ, ਉਹ ਡੈਸਟੀਨੇਸ਼ਨ ਦੀ ਖੋਜ ਕਰੋ, ਉਹ ਰੂਹਾਨੀ ਸਫ਼ਰ ਨੂੰ ਤੈਅ ਕਰੋ। ਫਿਰ ਕੀ ਪਤਾ ਤੁਹਾਨੂੰ ਇਨਸਾਨ ਦਾ ਜਾਮਾ ਮਿਲੇ ਨਾ ਮਿਲੇ, ਜਾਂ ਫਿਰ ਕਿਸੇ ਐਸੀ ਜਗ੍ਹਾ ਜਾ ਕੇ ਜਨਮ ਹੋ ਜਾਵੇ ਜਿੱਥੇ ਜਾ ਕੇ ਭੁੱਲੇ ਭਟਕੇ ਵੀ ਸਾਡਾ ਖਿਆਲ ਮਾਲਕ ਦੀ ਭਗਤੀ ਤਰਫ ਨਹੀਂ ਜਾ ਸਕਦਾ। ਲੇਕਿਨ ਅਸੀਂ ਦੁਨੀਆ ਦੇ ਜੀਵ ਇਨਸਾਨ ਦਾ ਜਾਮਾ ਮਿਲਣ ਦੇ ਅਸਲੀ ਮਕਸਦ ਨੂੰ ਤਾਂ ਭੁੱਲ ਹੀ ਜਾਂਦੇ ਹਾਂ। ਇੰਦਰੀਆਂ ਦੇ ਭੋਗਾਂ, ਵਿਸ਼ਿਆਂ, ਵਕਾਰਾਂ, ਸ਼ਵਾਬਾਂ, ਕਵਾਬਾਂ ਵਿੱਚ ਪੈ ਜਾਂਦੇ ਹਾਂ। ਅਸੀਂ ਇਤਨਾ ਇੰਦਰੀਆਂ ਦੇ ਗੁਲਾਮ ਬਣ ਜਾਂਦੇ ਹਾਂ ਕਿ ਹੋਰ ਤਾਂ ਹੋਰ ਆਪਣੀ ਮੌਤ ਨੂੰ ਵੀ ਭੁੱਲ ਕੇ ਬੈਠ ਜਾਂਦੇ ਹਾਂ। ਰੋਜ਼ ਦੇਖਦੇ ਹਾਂ ਸਾਡੇ ਸਾਥੀ ਸਾਡਾ ਸਾਥ ਛੱਡੀ ਜਾ ਰਹੇ ਹਨ, ਇੱਕ ਇੱਕ ਦੇ ਨਾਲ ਹੋ ਕੇ ਖੁਦ ਉਹਨਾਂ ਨੂੰ ਸ਼ਮਸ਼ਾਨ ਭੂਮੀ ਛੱਡ ਕੇ ਆਉਂਦੇ ਹਾਂ। ਖੁਦ ਅੱਖਾਂ ਨਾਲ ਦੇਖਦੇ ਹਾਂ ਕਿ ਜਿਨ੍ਹਾਂ ਸ਼ਕਲਾਂ ਔਰ ਪਦਾਰਥਾਂ ਨਾਲ ਉਹ ਇਤਨਾ ਪਿਆਰ ਕਰਿਆ ਕਰਦਾ ਸੀ, ਉਹਨਾਂ ਵਿੱਚੋਂ ਕੋਈ ਚੀਜ਼ ਵੀ ਉਹਦੇ ਨਾਲ ਨਹੀਂ ਗਈ। ਲੇਕਿਨ ਸਾਡੇ ਮਨ ਵਿੱਚ ਵੀ ਇੱਕ ਵਹਿਮ ਹੀ ਰਹਿ ਜਾਂਦਾ ਹੈ, ਸ਼ਾਇਦ ਉਸ ਦੇ ਨਾਲ ਨਹੀਂ ਗਈਆਂ, ਅਸੀਂ ਸਭ ਕੁਝ ਹੀ ਇਕੱਠਾ ਕਰਕੇ ਆਪਣੇ ਨਾਲ ਲੈ ਜਾਵਾਂਗੇ। ਇਸ ਵਾਸਤੇ ਮਹਾਤਮਾ ਕਹਿੰਦੇ ਹਨ, ਕਦੇ ਉਸ ਸਮੇਂ ਔਰ ਵਕਤ ਨੂੰ ਤਾਂ ਅੱਖਾਂ ਅੱਗੇ ਰੱਖ ਕੇ ਦੇਖੋ, ਉਸ ਸਮੇਂ ਕੌਣ ਸਾਡੀ ਸਹਾਇਤਾ ਕਰਦਾ ਹੈ, ਕੌਣ ਸਾਡੀ ਮਦਦ ਕਰਦਾ ਹੈ। ਅਸੀਂ ਲੋਕ ਉਸ ਸਮੇਂ ਔਰ ਵਕਤ ਦੇ ਮੁਤਲਕ ਤਾਂ ਸੋਚਦੇ ਨਹੀਂ, ਸਾਰਾ ਦਿਨ ਦੇ ਹੀ ਈਗੋ ਵਿੱਚ ਫਸੇ ਰਹਿੰਦੇ ਹਾਂ, ਇਹਦੇ ਹੀ ਹੰਕਾਰ ਵਿੱਚ ਫਸੇ ਰਹਿੰਦੇ ਹਾਂ। ਇਤਿਹਾਸ ਪੜ੍ਹ ਕੇ ਦੇਖੋ, ਬੜੇ ਬੜੇ ਰਾਜਾ, ਬੜੇ ਬੜੇ ਫਾਤਾ, ਬੜੇ ਬੜੇ ਡਿਕਟੇਟਰ ਜਿਨ੍ਹਾਂ ਦੇ ਮੂੰਹ ਵਿੱਚੋਂ ਲਫ਼ਜ਼ ਨਿਕਲਿਆ, ਕਾਨੂੰਨ ਬਣ ਜਾਂਦਾ ਸੀ, ਉਹਨਾਂ ਦੀ ਹਸਤੀ ਕਿੱਥੇ ਹੈ? ਅੱਜ ਉਹਨਾਂ ਦੀਆਂ ਕਬਰਾਂ ਨੂੰ ਆਪਾਂ ਠੋਕਰਾਂ ਮਾਰ ਕੇ ਗੁਜ਼ਰਦੇ ਹਾਂ। ਉਹਨਾਂ ਦੀਆਂ ਹੱਡੀਆਂ ਸਾਡੇ ਪੈਰਾਂ ਹੇਠ ਆ ਕੇ ਖਰਾਬ ਹੋ ਰਹੀਆਂ ਹਨ। ਉਹਨਾਂ ਦੀ ਮਿੱਟੀ ਉੜ ਕੇ ਸਾਡੀਆਂ ਅੱਖਾਂ ਦਾ ਸੁਰਮਾ ਬਣ ਰਹੀ ਹੈ। ਕਿਆ ਅਸੀਂ ਉਸ ਸਮੇਂ ਔਰ ਵਕਤ ਨੂੰ ਭੁੱਲ ਬੈਠੇ ਹਾਂ, ਜਦ ਸਾਡੀਆਂ ਵੀ ਹੱਡੀਆਂ ਕਿਸੇ ਦਿਨ ਲੋਕਾਂ ਦੇ ਪੈਰਾਂ ਹੇਠ ਆ ਕੇ ਖਰਾਬ ਹੋਣਗੀਆਂ। ਅਸੀਂ ਵੀ ਮਿੱਟੀ ਵਿੱਚ ਰਲ ਕੇ ਲੋਕਾਂ ਦੀਆਂ ਅੱਖਾਂ ਅੰਧੀਆਂ ਕਰਨੀਆਂ ਹਨ। ਲੇਕਿਨ ਅਸੀਂ ਸੋਚਦੇ ਹਾਂ ਮੌਤ ਤਾਂ ਸ਼ਾਇਦ ਲੋਕਾਂ ਵਾਸਤੇ ਹੈ, ਸਾਡੇ ਵਾਸਤੇ ਐਸ਼ੋ ਇਸ਼ਰਤ ਹੈ, ਸ਼ਵਾਬਾਂ ਕੁਆਬਾਂ ਦੀ ਲੱਜਤ ਹੈ। ਇਸੇ ਵਾਸਤੇ ਗੁਰੂ ਸਾਹਿਬ ਪਿਆਰ ਨਾਲ ਸਮਝਾਉਂਦੇ ਹਨ, ਅਗਰ ਤੁਸੀਂ ਸਰੀਰ ਦੇ ਅੰਦਰ ਵੜ ਕੇ ਨਾਮ ਦੀ ਕਮਾਈ ਕਰੋਗੇ, ਪ੍ਰਾਲਬਧ ਕਰਮਾਂ ਦਾ ਖੁਸ਼ੀ ਨਾਲ ਹਿਸਾਬ ਦਿਓਗੇ, ਸੰਚਿਤ ਕਰਮਾਂ ਨੂੰ ਖਤਮ ਕਰ ਲਓਗੇ, ਤਾਂ ਜਿਹੜਾ ਤੁਹਾਡਾ ਸਰੀਰ ਹੈ ਸੋਨੇ ਦਾ ਬਣ ਜਾਵੇਗਾ। ਭਾਵ ਤੁਹਾਡਾ ਦੇਹ ਵਿੱਚ ਆਉਣ ਦਾ ਪਰਪਸ ਪੂਰਾ ਹੋ ਜਾਵੇਗਾ, ਮਕਸਦ ਪੂਰਾ ਹੋ ਜਾਵੇਗਾ। ਹਰਮੰਦਰ ਇਹ ਜਗਤ ਹੈ, ਗੁਰਬਿਨ ਘੋਰ ਅੰਧਾਰ। ਹੁਣ ਗੁਰੂ ਸਾਹਿਬ ਸਾਡੇ ਖਿਆਲ ਨੂੰ ਹੋਰ ਬੜਾ ਉੱਚਾ ਲੈ ਜਾਂਦੇ ਹਨ ਕਿ ਜਿਸ ਵਕਤ ਦੇਹ ਵਿੱਚ ਆਉਣ ਦਾ ਤੁਹਾਡਾ ਪਰਪਸ ਪੂਰਾ ਹੋ ਗਿਆ,
ਮਕਸਦ ਪੂਰਾ ਹੋ ਗਿਆ, ਭਾਵ ਦੇਹ ਦੇ ਅੰਦਰੋਂ ਨਾਮ ਦੀ ਕਮਾਈ ਕਰਕੇ ਤੁਸੀਂ ਪ੍ਰਮਾਤਮਾ ਦੇ ਦਰਸ਼ਨ ਕਰਨ ਲੱਗ ਪਏ, ਫਿਰ ਤੁਹਾਨੂੰ ਕੀ ਸਮਝ ਆਉਂਦੀ ਹੈ ਕਿ ਤੁਹਾਡਾ ਸਰੀਰ ਹੀ ਮਾਲਕ ਦੇ ਰਹਿਣ ਦਾ ਹਰਮੰਦਰ ਨਹੀਂ ਹੈ, ਇਹ ਸਾਰੀ ਦੁਨੀਆ, ਸਾਰਾ ਜਗਤ ਹੀ ਹਰਮੰਦਰ ਹੈ। ਫਿਰ ਜਿੱਧਰ ਵੀ ਤੁਸੀਂ ਨਜ਼ਰ ਮਾਰਦੇ ਹੋ ਤੁਹਾਨੂੰ ਪਰਮਾਤਮਾ ਹੀ ਪਰਮਾਤਮਾ ਨਜ਼ਰ ਆਉਂਦਾ ਹੈ। ਜ਼ਰੇ ਜ਼ਰੇ, ਪੱਤੇ ਪੱਤੇ ਵਿੱਚ ਪਰਮਾਤਮਾ ਨਜ਼ਰ ਆਉਂਦਾ ਹੈ। ਚੋਰਾਂ ਅੰਦਰ, ਠੱਗਾਂ ਅੰਦਰ, ਸਾਧੂ ਸੰਤਾਂ ਮਹਾਤਮਾ ਅੰਦਰ, ਗਰਜੇ ਕੇ ਹਰ ਇੱਕ ਦੇ ਅੰਦਰ ਪਰਮਾਤਮਾ ਨਜ਼ਰ ਆਉਂਦਾ ਹੈ। ਕਹਿ ਤਾਂ ਅਸੀਂ ਵੀ ਦਿੰਦੇ ਹਾਂ ਕਿ ਪਰਮਾਤਮਾ ਹਰ ਇੱਕ ਥਾਂ ਹਾਜ਼ਰ ਨਾਜ਼ਰ ਹੈ, ਪਰ ਅਸੀਂ ਸੋਚਦੇ ਨਹੀਂ, ਅਸੀਂ ਕਹਿੰਦੇ ਕੀ ਹਾਂ। ਸਾਡੇ ਕੋਲ 5 ਸਾਲ ਦਾ ਬੱਚਾ ਖੜਾ ਹੋਵੇ, ਅਸੀਂ ਕਿਸੇ ਦੀ 2 ਪੈਸੇ ਦੀ ਪੈਨਸਲ ਚੁੱਕਣ ਦੀ ਹਿੰਮਤ ਨਹੀਂ ਕਰਦੇ, ਚੋਰੀ ਨਹੀਂ ਕਰ ਸਕਦੇ, ਹੱਥ ਥਰ ਥਰ ਕੰਬਣੇ ਸ਼ੁਰੂ ਕਰ ਦਿੰਦੇ ਹਨ। ਲੇਕਿਨ ਉਸ ਪਰਮਾਤਮਾ ਨੂੰ ਹਾਜ਼ਰ ਨਾਜ਼ਰ, ਸਰਬ ਵਿਆਪਕ ਸਮਝਦੇ ਹੋਏ, ਕਹਿੰਦੇ ਹੋਏ ਅੱਜ ਆਪਾਂ ਕੀ ਝੂਠ ਤੂਫਾਨ ਨਹੀਂ ਤੋਲਦੇ, ਕਿਤਨੇ ਭੈੜੇ ਖੋਟੇ ਪਾਪ ਔਰ ਕਰਮ ਨਹੀਂ ਕਰਦੇ। ਸਾਡੇ ਅੰਦਰ ਇੱਕ 5 ਸਾਲ ਦੇ ਬੱਚੇ ਜਿੰਨਾ ਵੀ ਉਸ ਪਰਮਾਤਮਾ ਦਾ ਡਰ ਨਹੀਂ ਰਿਹਾ। ਅਸੀਂ ਭੈੜੇ ਖੋਟੇ ਕਰਮ ਉਸੇ ਵੇਲੇ ਕਰਦੇ ਹਾਂ ਜਿਸ ਵੇਲੇ ਸੋਚਦੇ ਹਾਂ ਸਾਨੂੰ ਕੋਈ ਨਹੀਂ ਦੇਖਦਾ, ਪੁੱਛਣ ਵਾਲਾ ਨਹੀਂ, ਸਾਡੇ ਤੋਂ ਕਿਸੇ ਨੇ ਹਿਸਾਬ ਕਿਤਾਬ ਨਹੀਂ ਲੈਣਾ। ਲੇਕਿਨ ਗੁਰੂ ਸਾਹਿਬ ਕਹਿੰਦੇ ਹਨ ਇਹ ਸਾਰੀ ਦੁਨੀਆ ਉਸ ਮਾਲਕ ਦਾ ਹਰਮੰਦਰ ਹੈ। ਉਹ ਜ਼ਰੇ ਜ਼ਰੇ, ਪੱਤੇ ਪੱਤੇ ਵਿੱਚ ਸਮਾਇਆ ਹੋਇਆ ਹੈ, ਹਰ ਇੱਕ ਦੇ ਸਰੀਰ ਦੇ ਅੰਦਰ ਹੈ। ਤੁਸੀਂ ਦੁਨੀਆ ਨੂੰ ਧੋਖਾ ਦੇ ਸਕੋਗੇ, ਉਹ ਸਰਬ ਵਿਆਪਕ ਪਰਮਾਤਮਾ ਨੂੰ ਕਿਸ ਤਰ੍ਹਾਂ ਧੋਖਾ ਦਿਓਗੇ? ਅਗਰ ਮਹਾਤਮਾ ਦੀ ਇਤਨੀ ਗੱਲ ਸਮਝ ਆ ਜਾਵੇ ਕਿ ਉਹ ਪਰਮਾਤਮਾ ਇੱਕ ਹੈ, ਉਹੀ ਸਾਡੇ ਸਾਰਿਆਂ ਅੰਦਰ ਬੈਠਾ ਹੋਇਆ ਹੈ ਔਰ ਸਾਰਿਆਂ ਨੇ ਅੰਦਰੋਂ ਹੀ ਉਸੇ ਪਰਮਾਤਮਾ ਨੂੰ ਮਿਲਣਾ ਹੈ, ਔਰ ਜੋ ਕੁਝ ਕਰਦੇ ਹਾਂ ਪਰਮਾਤਮਾ ਦੇਖਦਾ ਹੈ, ਹਰ ਚੀਜ਼ ਦਾ ਹਿਸਾਬ ਕਿਤਾਬ ਮਾਲਕ ਨੂੰ ਦੇਣਾ ਪਵੇਗਾ। ਇਹ ਬਿਲਕੁਲ ਸਿੰਪਲ ਟਰੁੱਥ, ਆਮ ਸੱਚਾਈ ਹੈ ਜੋ ਹਰ ਇੱਕ ਦੀ ਸਮਝ ਵਿੱਚ ਆ ਸਕਦੀ ਹੈ। ਤਾਂ ਮੈਂ ਕਹਿੰਦਾ ਹਾਂ ਇਸ ਨੂੰ ਮੰਨਣ ਨਾਲ ਅੱਜ ਦੁਨੀਆ ਦੀ ਹਾਲਤ ਹੀ ਬਦਲ ਸਕਦੀ ਹੈ। ਦੂਜਾ ਭਾਉ ਕਰੇ ਪੂਜਦੇ, ਮਨਮੁਖ ਅੰਧ ਗਵਾਰ। ਗੁਰੂ ਸਾਹਿਬ ਕਹਿੰਦੇ ਹਨ ਅਸੀਂ ਦੁਨੀਆ ਦੇ ਜੀਵ ਮਨਮੁਖ ਹਾਂ, ਮੁਗਧ ਹਾਂ, ਗਵਾਰ ਹਾਂ, ਕਿਉਂਕਿ ਅਸੀਂ ਸਮਝੀ ਬੈਠੇ ਹਾਂ ਪਰਮਾਤਮਾ ਕਿਤੇ ਅਸਮਾਨਾਂ ਪਿੱਛੇ ਛੁਪਿਆ ਬੈਠਾ ਹੈ, ਕਿਸੇ ਗੁਰਦੁਆਰੇ ਅੰਦਰ ਲੁਕਿਆ ਬੈਠਾ ਹੈ, ਮੰਦਰ ਅੰਦਰ ਲੁਕਿਆ ਬੈਠਾ ਹੈ, ਜਾਂ ਹਿਮਾਲਿਆ ਦੇ ਪਰਬਤ ਪਿੱਛੇ ਛੁਪਿਆ ਬੈਠਾ ਹੈ। ਇਸ ਲਈ ਅਸੀਂ ਜੋ ਮਰਜ਼ੀ ਕਰਦੇ ਰਹੀਏ, ਗੁਰੂ ਸਾਹਿਬ ਕਹਿੰਦੇ ਹਨ ਅਸੀਂ ਮੂਰਖ ਹਾਂ, ਅਸੀਂ ਅੰਧੇ ਹਾਂ, ਸਾਨੂੰ ਸਮਝ ਨਹੀਂ ਆ ਰਹੀ ਕਿ ਪਰਮਾਤਮਾ ਸਰੀਰ ਅੰਦਰ ਬੈਠਾ ਹੋਇਆ ਹੈ, ਪਰਮਾਤਮਾ ਸਾਰੀ ਦੁਨੀਆ ਦੇ ਅੰਦਰ ਸਮਾਇਆ ਹੋਇਆ ਹੈ ਔਰ ਉਹਨੂੰ ਹਰ ਕਰਮ ਦਾ ਹਿਸਾਬ ਕਿਤਾਬ ਦੇਣਾ ਪਵੇਗਾ। ਇਹ ਦੁਨੀਆ ਕਰਮ ਭੂਮੀ ਹੈ, ਕਰਮਾ ਸੰਧੜਾ ਖੇਤ ਹੈ। ਆਪਾਂ ਲੋਕਾਂ ਨੂੰ ਤਾਂ ਧੋਖਾ ਦੇ ਸਕਦੇ ਹਾਂ, ਪਰ ਉਸ ਮਾਲਕ ਨੂੰ ਕਿਸ ਤਰ੍ਹਾਂ ਧੋਖਾ ਦੇ ਸਕੋਗੇ? ਗੁਰੂ ਸਾਹਿਬ ਅੱਗੇ ਦੱਸਦੇ ਹਨ ਜਿੱਥੇ ਲੇਖਾ ਮੰਗੀਏ ਤਿੱਥੇ ਦੇ ਜਾਤ ਨਾ ਜਾਏ। ਮੈਂ ਸ਼ੁਰੂ ਵਿੱਚ ਅਰਜ਼ ਕੀਤੀ ਸੀ ਕਿ ਗੁਰੂ ਨਾਨਕ ਸਾਹਿਬ ਕਹਿੰਦੇ ਹਨ ਅੱਛੀ ਤਰ੍ਹਾਂ ਮਨ ਵਿੱਚ ਬਿਠਾ ਲਓ ਕਿ ਜਿੱਥੇ ਸਾਡੇ ਕਰਮਾਂ ਦਾ ਹਿਸਾਬ ਕਿਤਾਬ ਹੋਣਾ ਹੈ, ਉੱਥੇ ਨਾ ਤਾਂ ਤੁਹਾਡੀਆਂ ਕਿਸੇ ਨੇ ਜਾਤਾਂ ਪਾਤਾਂ ਪੁੱਛਣੀਆਂ ਹਨ, ਨਾ ਉੱਥੇ ਤੁਹਾਡੇ ਸਰੀਰ ਨੇ ਪਹੁੰਚਣਾ ਹੈ। ਸਰੀਰ ਨੇ ਤਾਂ ਅਗਨੀ ਦੇ ਸਪੁਰਦ ਹੋ ਜਾਣਾ ਹੈ, ਮਿੱਟੀ ਦੇ ਸਪੁਰਦ ਹੋ ਜਾਣਾ ਹੈ। ਉੱਥੇ ਕਿਸੇ ਨੇ ਸਵਾਲ ਨਹੀਂ ਕਰਨਾ ਕਿ ਤੁਸੀਂ ਸਿੱਖ ਹੁੰਦੇ ਹੋ, ਹਿੰਦੂ ਹੁੰਦੇ ਹੋ ਕਿ ਈਸਾਈ ਹੁੰਦੇ ਹੋ। ਉੱਥੇ ਤੁਹਾਡਾ ਮਾਲਕ ਦੇ ਮਿਲਣ ਦਾ ਇਸ਼ਕ ਦੇਖਿਆ ਜਾਣਾ ਹੈ, ਪ੍ਰੇਮ ਦੇਖਿਆ ਜਾਣਾ ਹੈ, ਪਿਆਰ ਦੇਖਿਆ ਜਾਣਾ ਹੈ। ਇਸ ਵਾਸਤੇ ਆਪ ਫਰਮਾਉਂਦੇ ਹਨ ਕਿ ਤੁਸੀਂ ਜਾਤਾਂ ਪਾਤਾਂ ਦਾ ਭਿੰਨ ਭੇਦ ਛੱਡ ਦਿਓ, ਆਪਣੇ ਅੰਦਰ ਸ਼ਬਦ ਦੀ ਕਮਾਈ ਕਰਨ ਦਾ ਸ਼ੌਕ ਪੈਦਾ ਕਰੋ, ਨਾਮ ਦੀ ਕਮਾਈ ਪੈਦਾ ਕਰਨ ਦਾ ਸ਼ੌਕ ਪੈਦਾ ਕਰੋ। ਸੱਚੇ ਰਤੇ ਸੇ ਉਭਰੇ, ਦੁਖੀਏ ਦੂਜੇ ਭਾਏ। ਆ ਫਰਮਾਉਂਦੇ ਹਨ ਜੋ ਵੀ ਖੁਸ਼ਕਿਸਮਤ ਆਪਣੇ ਅੰਦਰੋਂ ਖਿਆਲ ਨੂੰ ਸ਼ਬਦ ਦੇ ਨਾਲ ਜੋੜ ਲੈਂਦਾ ਹੈ, ਉਹ ਇਸ ਭਵ ਸਾਗਰ ਤੋਂ ਪਾਰ ਹੋ ਜਾਂਦਾ ਹੈ। ਦੁਖੀਏ ਦੂਜੇ ਭਾਏ, ਜਿਹੜੇ ਨਾਮ ਦੇ ਨਾਲ ਖਿਆਲ ਨਹੀਂ ਜੋੜਦੇ, ਵਹਿਮਾਂ ਭਰਮਾਂ ਸੰਕਲਪ ਕਰਮ ਕਾਂਡ ਵਿੱਚ ਫਸੇ ਰਹਿੰਦੇ ਹਨ, ਉਹ ਹੁਣ ਵੀ ਦੁਖੀ ਹਨ, ਫਿਰ ਵੀ ਦੁਖੀ ਰਹਿਣਗੇ। ਭਾਵ ਉਹਨਾਂ ਨੂੰ ਬਾਰ-ਬਾਰ ਮਰਨ ਜੰਮਣ ਦੇ ਦੁੱਖਾਂ ਵਿੱਚ ਆਉਣਾ ਪਵੇਗਾ। ਹਰੀ ਮੰਦਰ ਮਹਾ ਨਾਮ ਨਿਧਾਨ ਹੈ, ਨਾ ਬੂਝੈ ਮੁਗਧ ਗਵਾਰ। ਗੁਰ ਪ੍ਰਸਾਦੀ ਚੀਨਿਆ, ਹਰ ਰੱਖਿਆ ਉਰੇ ਧਾਰ। ਗੁਰ ਕੀ ਬਾਣੀ ਗੁਰ ਤੇ ਜਾਤੀ, ਜੇ ਸ਼ਬਦ ਰਤੇ ਰੰਗ ਲਾਏ। ਪਵਿੱਤ ਪਾਵਨ ਸੇ ਜਨ ਨਿਰਮਲ, ਹਰ ਕੈ ਨਾਮ ਸਮਾਏ।
ਜਿਸ ਵਕਤ ਡਾਕਟਰ ਆਪਰੇਸ਼ਨ ਕਰਦਾ ਹੈ ਉਹ ਨਹੀਂ ਚਾਹੁੰਦਾ ਕਿ ਥੋੜ੍ਹੀ ਬਹੁਤ ਪਸ ਜਾਂ ਪਾ ਕਿਤੇ ਰਹਿ ਜਾਵੇ, ਉਹ ਸੈਪਟਿਕ ਬਣ ਜਾਵੇ, ਅੰਦਰ ਜ਼ਹਿਰ ਫੈਲਾ ਦੇਵੇ ਔਰ ਦੁਬਾਰਾ ਆਪਰੇਸ਼ਨ ਕਰਨਾ ਪੈ ਜਾਵੇ। ਗੁਰੂ ਸਾਹਿਬ ਨਹੀਂ ਚਾਹੁੰਦੇ ਕਿ ਅਸੀਂ ਕਿਸੇ ਵਹਿਮ ਭਰਮ ਸੰਕਲਪ ਵਿੱਚ ਫਸ ਜਾਈਏ ਔਰ ਆਪਣੇ ਕੀਮਤੀ ਜੀਵਨ ਨੂੰ ਖਰਾਬ ਕਰਕੇ ਬੈਠ ਜਾਈਏ। ਆਪ ਫਰਮਾਉਂਦੇ ਹਨ ਕਿ ਜਿਸ ਸ਼ਬਦ ਔਰ ਨਾਮ ਦੀ ਮੈਂ ਇਤਨੀ ਮਹਿਮਾ ਕਰ ਰਿਹਾ ਹਾਂ ਉਹ ਕਿਤੇ ਬਾਹਰ ਨਹੀਂ, ਉਹ ਤੁਹਾਡੇ ਸਰੀਰ ਦੇ ਅੰਦਰ ਹੈ, ਤੁਹਾਡੀ ਦੇਹ ਔਰ ਵਜੂਦ ਦੇ ਅੰਦਰ ਹੈ। ਗ੍ਰੰਥਾਂ, ਪੋਥੀਆਂ, ਵੇਦਾਂ, ਸ਼ਾਸਤਰਾਂ ਵਿੱਚ ਮਹਾਤਮਾ ਨੇ ਉਸ ਦੀ ਮਹਿਮਾ ਕੀਤੀ ਹੈ। ਮਹਾਤਮਾ ਦੀ ਬਾਣੀ ਪੜ੍ਹਨ ਦੇ ਨਾਲ ਤਾਂ ਨਾਮ ਦੀ ਕਮਾਈ ਕਰਨ ਦਾ ਸ਼ੌਂਕ ਪੈਦਾ ਹੁੰਦਾ ਹੈ, ਪਿਆਰ ਪੈਦਾ ਹੁੰਦਾ ਹੈ, ਨਾਮ ਦੀ ਕਮਾਈ ਦਾ ਤਰੀਕਾ ਪਤਾ ਲੱਗਦਾ ਹੈ। ਲੇਕਿਨ ਗ੍ਰੰਥਾਂ, ਪੋਥੀਆਂ, ਵੇਦਾਂ, ਸ਼ਾਸਤਰਾਂ ਨੂੰ ਪੜ੍ਹਨ ਦੇ ਨਾਲ ਖਿਆਲ ਨਾਮ ਦੇ ਨਾਲ ਨਹੀਂ ਜੁੜੇਗਾ। ਡਾਕਟਰਾਂ ਦੀਆਂ ਕਿਤਾਬਾਂ ਅੰਦਰ ਤਾਂ ਨੁਸਖੇ ਲਿਖੇ ਹੋਏ ਹੁੰਦੇ ਹਨ, ਦਵਾਈਆਂ ਤਾਂ ਨਹੀਂ ਹੁੰਦੀਆਂ। ਡਾਕਟਰਾਂ ਦੀਆਂ ਕਿਤਾਬਾਂ ਪੜ੍ਹਨ ਦੇ ਨਾਲ ਤਾਂ ਬਿਮਾਰੀਆਂ ਨਹੀਂ ਜਾਂਦੀਆਂ। ਟਾਈਮ ਟੇਬਲ ਪੜ੍ਹਨ ਪੜ੍ਹਾਉਣ ਦੇ ਨਾਲ ਕੋਈ ਰੇਲਵੇ ਦਾ ਸਫ਼ਰ ਤੇ ਤੈਅ ਨਹੀਂ ਕਰ ਸਕਦਾ। ਉਸ ਦੇ ਮੁਤਾਬਕ ਸਟੇਸ਼ਨ ਤੇ ਜਾ ਕੇ ਟਿਕਟ ਲੈ ਕੇ ਗੱਡੀ ਵਿੱਚ ਬੈਠੇਗਾ ਤਾਂ ਹੀ ਸਫ਼ਰ ਤੈਅ ਹੋ ਸਕਦਾ ਹੈ। ਤੁਸੀਂ ਖਾਣਾ ਬਣਾਉਣ ਦੀ ਕਿਤਾਬ ਪੜ੍ਹਦੇ ਰਹੋ, ਨਾ ਕਦੇ ਪੇਟ ਭਰਨਾ ਹੈ, ਨਾ ਕਦੇ ਸਵਾਦ ਆਉਣਾ ਹੈ। ਜਦੋਂ ਉਸ ਕਿਤਾਬ ਦੇ ਮੁਤਾਬਕ ਖਾਣਾ ਬਣਾ ਲਵੋਗੇ, ਪੇਟ ਵੀ ਭਰ ਜਾਵੇਗਾ, ਸਵਾਦ ਵੀ ਆ ਜਾਵੇਗਾ। ਗੁਰੂ ਸਾਹਿਬ ਦੇ ਕਹਿਣ ਦਾ ਮਤਲਬ ਇਹ ਹੈ, ਸਾਡੇ ਮਨ ਵਿੱਚ ਖਿਆਲ ਹੋਵੇ ਕਿ ਪੜ੍ਹੀ ਜਾਓ, ਆਪੇ ਮੁਕਤੀ ਹੋ ਜਾਵੇਗੀ। ਗੁਰੂ ਨਾਨਕ ਸਾਹਿਬ ਕਹਿੰਦੇ ਹਨ, ਪੜ੍ਹੀਏ ਜੇਤੇ ਬਰਸ ਬਰਸ, ਪੜ੍ਹੀਏ ਜੇਤੇ ਮਾਸ, ਪੜ੍ਹੀਏ ਜੇਤੇ ਆਰਜਾ, ਪੜ੍ਹੀਏ ਜੇਤੇ ਸਾਸ। ਨਾਨਕ ਲੇਖੇ ਇੱਕ ਗੱਲ, ਹੋਰ ਹਉਮੈ ਚੱਖਣਾ ਝਾਕ। ਤੁਸੀਂ ਸਾਰਾ ਦਿਨ ਪੜ੍ਹੋ, ਸਾਰਾ ਮਹੀਨਾ ਪੜ੍ਹੋ, ਸਾਰਾ ਸਾਲ ਪੜ੍ਹੋ, ਸਾਰੀ ਜ਼ਿੰਦਗੀ ਪੜ੍ਹੋ, ਸਵਾਸ ਸਵਾਸ ਨਾਲ ਕਿਉਂ ਨਾ ਪੜ੍ਹੋ, ਇੱਕੋ ਚੀਜ਼ ਤੁਹਾਡੇ ਲੇਖੇ ਵਿੱਚ ਲਿਖੀ ਜਾਣੀ ਹੈ। ਜਿਹੜੀ ਤੁਹਾਡੀ ਸੁਰਤ ਆਪਣੇ ਅੰਦਰ ਜਾ ਕੇ ਸ਼ਬਦ ਨੂੰ ਪਕੜਦੀ ਹੈ, ਅਗਰ ਸੁਰਤ ਸ਼ਬਦ ਨੂੰ ਨਹੀਂ ਪਕੜਦੀ, ਗੁਰੂ ਸਾਹਿਬ ਕਹਿੰਦੇ ਹਨ ਤੁਸੀਂ ਪਾਣੀ ਵਿੱਚ ਮਧਾਣੀ ਪਾਈ ਬੈਠੇ ਹੋ, ਰਿੜਕੀ ਜਾਓ, ਇਸ ਵਿੱਚੋਂ ਕੀ ਮਿਲਣਾ ਹੈ? ਸਵਾਹ ਛਾਣੀ ਜਾਓ, ਉਸ ਵਿੱਚੋਂ ਕੀ ਮਿਲਣਾ ਹੈ? ਮੇਰੇ ਕਹਿਣ ਦਾ ਭਾਵ ਇਹ ਨਹੀਂ ਲੈਣਾ ਕਿ ਗ੍ਰੰਥਾਂ, ਪੋਥੀਆਂ, ਵੇਦਾਂ, ਸ਼ਾਸਤਰ ਪੜ੍ਹਨੇ ਛੱਡ ਦੇਣੇ ਹਨ। ਅਸੀਂ ਰੋਜ਼ ਕਿਸੇ ਨਾ ਕਿਸੇ ਮਹਾਤਮਾ ਦੀ ਬਾਣੀ ਪੜ੍ਹਦੇ ਹਾਂ, ਲੇਕਿਨ ਪੜ੍ਹਨ ਤੋਂ ਬਾਅਦ ਸਾਡਾ ਫਰਜ਼ ਖਤਮ ਨਹੀਂ ਹੁੰਦਾ। ਜੋ ਕੁਝ ਪੜ੍ਹਦੇ ਹਾਂ ਉਸ 'ਤੇ ਅਮਲ ਵੀ ਕਰਨਾ ਹੈ। ਅਮਲ ਕੀ ਕਰਨਾ ਹੈ ਕਿ ਸਿਮਰਨ ਔਰ ਧਿਆਨ ਦੇ ਜ਼ਰੀਏ ਅੱਖਾਂ ਦੇ ਪਿੱਛੇ ਖਿਆਲ ਨੂੰ ਇਕੱਠਾ ਕਰਨਾ ਹੈ, ਸੁਰਤ ਨੂੰ ਸ਼ਬਦ ਦੇ ਅੰਦਰ ਨਾਲ ਜੋੜਨਾ ਹੈ, ਨਾਮ ਦੇ ਨਾਲ ਜੋੜਨਾ ਹੈ। ਗੁਰੂ ਅਮਰਦਾਸ ਜੀ ਕਹਿੰਦੇ ਹਨ, ਸਰੀਰੋਂ ਭਾਲਣ ਕੋ ਬਾਹਰੇ ਜਾਏ, ਨਾਮ ਨਾ ਲਹੇ ਬਹੁਤ ਬੇਗਾਰ ਦੁੱਖ ਪਾਏ। ਜੋ ਲੋਕ ਦੇਹ ਔਰ ਸਰੀਰ ਦੇ ਬਾਹਰੋਂ ਨਾਮ ਰੂਪੀ ਵਸਤੂ ਨੂੰ ਢੂੰਡਣ ਲੱਗੇ ਹੋਏ ਹਨ, ਉਹ ਤਾਂ ਵਿਗਾਰੀਆਂ ਵਾਂਗੂ ਆਪਣੇ ਕੀਮਤੀ ਵਕਤ ਨੂੰ ਫਜ਼ੂਲ ਜਾਇਆ ਕਰਨ ਲੱਗੇ ਹੋਏ ਹਨ। ਵਿਗਾਰੀ ਕੌਣ ਹੁੰਦੇ ਹਨ? ਜਿਹੜੇ ਸਾਰਾ ਦਿਨ ਟੁੱਟ ਕੇ ਮਰਦੇ ਹਨ, ਖੂਨ ਪਸੀਨਾ ਇੱਕ ਕਰ ਦਿੰਦੇ ਹਨ, ਜਿਨ੍ਹਾਂ ਗਰੀਬਾਂ ਦੇ ਹੱਥ ਪੱਲੇ ਕੁਝ ਨਹੀਂ ਪੈਂਦਾ। ਚੌਥੀ ਪਾਤਸ਼ਾਹੀ ਦੀ ਬਾਣੀ ਹੈ, ਘਰ ਰਤਨ ਲਾਲ ਪੋ ਮਾਣਕ, ਲਾਦੇ ਮਨ ਭਰਮਿਆ ਲਹਿ ਨਾ ਸਕਾਈਏ। ਪਰਮਾਤਮਾ ਨੇ ਸਾਡੇ ਸਰੀਰ ਦੇ ਅੰਦਰ ਬੇਸ਼ੁਮਾਰ ਨਾਮ ਦੇ ਖਜ਼ਾਨੇ ਰੱਖੇ ਹੋਏ ਹਨ, ਲੇਕਿਨ ਇਹ ਜਿਹੜਾ ਸਾਡਾ ਮਨ ਹੈ ਬਾਹਰ ਦੇ ਵਹਿਮਾਂ ਭਰਮਾਂ ਵਿੱਚ ਫਸਿਆ ਹੋਇਆ ਹੈ, ਸਰੀਰ ਦੇ ਅੰਦਰ ਵੜ ਕੇ ਢੂੰਡਦਾ ਨਹੀਂ। ਇਹ ਉਸ ਦੌਲਤ ਨੂੰ ਹਾਸਲ ਕਿਸ ਤਰ੍ਹਾਂ ਕਰ ਸਕਦਾ ਹੈ? ਅਸੀਂ ਸੋਚਦੇ ਹਾਂ ਸਰੋਵਰਾਂ ਤੇ ਇਸ਼ਨਾਨ ਕਰ ਲਓ, ਮੁਕਤੀ ਹੋ ਜਾਏਗੀ, ਲੇਕਿਨ ਗੁਰੂ ਅਮਰਦਾਸ ਜੀ ਕਹਿੰਦੇ ਹਨ, ਇਹ ਸਰੀਰ ਸਰੋਵਰ ਹੈ ਸੰਤੋ, ਇਸ਼ਨਾਨ ਕਰੇ ਲਿਵ ਲਾਈ, ਨਾਮ ਇਸ਼ਨਾਨ ਕਰਸੇ ਜਨ ਨਿਰਮਲ, ਸ਼ਬਦੇ ਮੈਲ ਗਵਾਈ। ਤੁਹਾਨੂੰ ਇਸ ਸਰੀਰ ਤੋਂ ਵੱਡਾ ਹੋਰ ਕੋਈ ਸਰੋਵਰ ਨਹੀਂ ਮਿਲਣਾ। ਇਸ ਦੇ ਅੰਦਰ ਵੜ ਕੇ ਇਸ਼ਨਾਨ ਕਰੋ ਅਗਰ ਪ੍ਰਮਾਤਮਾ ਨਾਲ ਪਿਆਰ ਕਰਨਾ ਹੈ। ਕਿਹੜਾ ਇਸ਼ਨਾਨ ਕਰਨਾ ਹੈ? ਸ਼ਬਦ ਦਾ ਇਸ਼ਨਾਨ ਕਰਨਾ ਹੈ, ਨਾਮ ਦਾ ਇਸ਼ਨਾਨ ਕਰਨਾ ਹੈ। ਜਦੋਂ ਅਸੀਂ ਸੋਚਦੇ ਹਾਂ ਮੱਸਿਆ ਨਹਾਓ ਮੁਕਤੀ ਹੋ ਜਾਵੇਗੀ, ਕੁੰਭ ਨਹਾ ਲਓ ਮੁਕਤੀ ਹੋ ਜਾਵੇਗੀ, ਮਨ ਸਾਨੂੰ ਬਾਹਰ ਹੀ ਬਾਹਰ ਰੱਖਣ ਦੀ ਕੋਸ਼ਿਸ਼ ਕਰਦਾ ਹੈ। ਇਸ ਵਾਸਤੇ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਮਾਲਕ ਸਾਡੇ ਸਰੀਰ ਦੇ ਅੰਦਰ ਹੈ, ਮਾਲਕ ਦੇ ਮਿਲਣ ਦਾ ਰਸਤਾ ਵੀ ਸਾਡੇ ਸਾਰਿਆਂ ਦੇ ਅੰਦਰ ਹੈ। ਇਹ ਨਹੀਂ ਕਿ ਮਾਲਕ ਅੰਦਰ ਹੈ ਔਰ ਉਸ ਨੂੰ ਮਿਲਣ ਦਾ ਰਸਤਾ ਕਿਤੇ ਜੰਗਲਾਂ ਪਹਾੜਾਂ ਵਿੱਚੋਂ ਮਿਲਣਾ ਹੈ। ਉਹ ਵੀ ਸਰੀਰ ਦੇ ਅੰਦਰੋਂ ਖੋਜ ਕਰੋਗੇ ਤਾਂ ਹੀ ਮਿਲੇਗਾ।
ਹਰਿ ਮੰਦਰ ਹਰ ਕਾ ਹਾਟ ਹੈ, ਰੱਖਿਆ ਸ਼ਬਦ ਸਵਾਰ। ਤਿਸ ਵਿੱਚ ਸੌਦਾ ਏਕ ਨਾਮ, ਗੁਰਮੁਖ ਲੈਣ ਸਵਾਰ। ਹਰ ਮੰਦਰ ਮਨ ਲੋਟੋ ਹੈ, ਮੋਇਆ ਦੂਜੇ ਭਾਏ। ਪਾਰਸ ਭੇਟਿਆ ਕੰਚਨ ਭਇਆ, ਕੀਮਤੀ ਕਹੀ ਨਾ ਜਾਏ। ਹੁਣ ਬੜੀ ਸੁੰਦਰ ਮਿਸਾਲ ਦਿੰਦੇ ਹਨ ਕਿ ਸਾਡੇ ਸਰੀਰ ਅੰਦਰ ਜਿਹੜਾ ਮਨ ਹੈ ਉਹ ਲੋਹਾ ਹੈ, ਇਹ ਸ਼ਬਦ ਉਹ ਲੋਹਾ ਹੈ, ਇਹ ਜਿਹੜਾ ਸ਼ਬਦ ਔਰ ਨਾਮ ਹੈ ਇਹ ਪਾਰਸ ਹੈ। ਜਿਸ ਤਰ੍ਹਾਂ ਲੋਹਾ ਪਾਰਸ ਨੂੰ ਛੋਹ ਕੇ ਸੋਨਾ ਬਣ ਜਾਂਦਾ ਹੈ, ਇਸੇ ਤਰ੍ਹਾਂ ਜਦੋਂ ਮਨ ਅੰਦਰੋਂ ਸ਼ਬਦ ਨੂੰ ਪਕੜਦਾ ਹੈ ਇਹ ਵੀ ਸੋਨਾ ਬਣ ਜਾਂਦਾ ਹੈ, ਨਿਰਮਲ ਹੋ ਜਾਂਦਾ ਹੈ। ਆਪ ਫਰਮਾਉਂਦੇ ਹਨ ਕਿ ਲੋਹਾ ਵੀ ਸਰੀਰ ਦੇ ਅੰਦਰ ਹੈ, ਪਾਰਸ ਵੀ ਸਰੀਰ ਦੇ ਅੰਦਰ ਹੈ, ਲੇਕਿਨ ਲੋਹਾ ਪਾਰਸ ਨੂੰ ਛੂੰਹਦਾ ਕਦੋਂ ਹੈ? ਜਦੋਂ ਗੁਰਮੁਖਾਂ ਦੀ ਦਇਆ ਹੋ ਜਾਂਦੀ ਹੈ, ਮਿਹਰ ਔਰ ਬਖਸ਼ਿਸ਼ ਹੋ ਜਾਂਦੀ ਹੈ। ਸੋ ਉਹਨਾਂ ਦੀ ਬਖਸ਼ਿਸ਼ ਦੇ ਜ਼ਰੀਏ ਹੀ ਮਨ ਅੰਦਰੋਂ ਸ਼ਬਦ ਨੂੰ ਪਕੜਦਾ ਹੈ। ਸ਼ਬਦ ਦੀ ਲੱਜਤ ਹਾਸਲ ਕਰਕੇ ਮਨ ਨਿਰਮਲ ਹੋ ਜਾਂਦਾ ਹੈ, ਪਿਓਰ ਹੋ ਜਾਂਦਾ ਹੈ, ਪਵਿੱਤਰ ਹੋ ਜਾਂਦਾ ਹੈ। ਹਰ ਮੰਦਰ ਮਹਿ ਹਰ ਵਸੈ, ਸਰਬ ਨਿਰੰਤਰ ਸੋਏ। ਨਾਨਕ ਗੁਰਮੁਖ ਵਣਜੀਐ, ਸੱਚਾ ਸੌਦਾ ਹੋਏ। ਹੁਣ ਸਭ ਕੁਝ ਬਿਆਨ ਕਰਕੇ ਫਰਮਾਉਂਦੇ ਹਨ ਕਿ ਪ੍ਰਮਾਤਮਾ ਜ਼ਰੇ ਜ਼ਰੇ ਪੱਤੇ ਪੱਤੇ ਅੰਦਰ ਵਿਆਪਕ ਹੈ। ਉਹ ਪ੍ਰਮਾਤਮਾ ਹਰ ਇੱਕ ਦੇ ਸਰੀਰ ਦੇ ਅੰਦਰ ਹੈ। ਜਿਹੜੇ ਗੁਰਮੁਖ ਲੋਕ ਹਨ ਉਹ ਸਰੀਰ ਦੇ ਅੰਦਰ ਵੜ ਕੇ ਉਸ ਮਾਲਕ ਦੀ ਭਗਤੀ ਵਿੱਚ ਲੱਗੇ ਹੋਏ ਹਨ, ਔਰ ਬਾਕੀ ਦੇ ਅਸੀਂ ਲੋਕ ਆਪਣੇ ਕੀਮਤੀ ਵਕਤ ਨੂੰ ਭੰਗ ਦੇ ਭਾੜੇ ਖਰਾਬ ਕਰਨ ਲੱਗੇ ਹੋਏ ਹਾਂ। ਛੋਟੇ ਜਿਹੇ ਸ਼ਬਦ ਅੰਦਰ ਗੁਰੂ ਸਾਹਿਬ ਨੇ ਆਪਣੀ ਤਾਲੀਮ ਨੂੰ ਅੱਛੀ ਤਰ੍ਹਾਂ ਖੋਲ ਕੇ ਸਮਝਾਇਆ ਹੈ ਕਿ ਕਿਉਂ ਪ੍ਰਮਾਤਮਾ ਦੀ ਭਗਤੀ ਕਰਨੀ ਹੈ, ਪ੍ਰਮਾਤਮਾ ਕਿਹੜੀ ਜਗ੍ਹਾ ਹੈ ਤੇ ਕਿਸ ਤਰ੍ਹਾਂ ਸਰੀਰ ਵਿੱਚ ਵੜ ਕੇ ਰਿਸਰਚ ਕਰਨੀ ਹੈ, ਖੋਜ ਕਰਨੀ ਹੈ। ਇਹ ਜਿਹੜਾ ਸਰੀਰ ਹੈ ਕਿਸ ਤਰ੍ਹਾਂ ਸਾਨੂੰ ਪ੍ਰਾਲਬਧ ਕਰਮਾਂ ਕਰਕੇ ਮਿਲਿਆ ਹੈ, ਕਿਸ ਤਰ੍ਹਾਂ ਇਸ ਸਰੀਰ ਦੇ ਅੰਦਰ ਬੈਠ ਕੇ ਇਹਨਾਂ ਕਰਮਾਂ ਦਾ ਸਿਲਸਿਲਾ ਖਤਮ ਕਰਨਾ ਹੈ, ਕਿਸ ਤਰ੍ਹਾਂ ਰੂਹ ਔਰ ਮਨ ਦੀ ਗੱਠ ਖੋਲਣੀ ਹੈ ਔਰ ਅੰਦਰੋਂ ਮਾਲਕ ਨਾਲ ਵਿਸਾਲ ਕਰਨਾ ਹੈ। ਸਾਨੂੰ ਵੀ ਚਾਹੀਦਾ ਹੈ ਕਿ ਆਪ ਦੇ ਸਮਝਾਉਣ ਦੇ ਮੁਤਾਬਕ ਆਪਣੇ ਖਿਆਲ ਨੂੰ ਅੰਦਰੋਂ ਸ਼ਬਦ ਨਾਲ ਜੋੜੀਏ, ਨਾਮ ਦੇ ਨਾਲ ਜੋੜੀਏ। ਰਾਧਾ ਸੁਆਮੀ।